शराब का सेवन CRP वाले बंदे ते होर CISF के जिन्ने बीबी हरसिमरत कौर बादल की जी गार्ड सी सारी फोर्स में उन्होंने सराह देती सी ते घट्टो घट्ट 10-15 साल वो जी बिजली पानी का खर्चा वो भी श्रोमणी कमेटी देती रही। जैतो साहब के गुरुद्वारा साहब जो मंदभागियां घटनावां वापरियां ਉਹਦੇ ਨਾਲ SGPC ਦਾ ਪ੍ਰਬੰਧ ਬਹੁਤ ਵੱਡੇ ਕਟਹਿਰੇ 'ਚ ਹਾਈ ਹੈ। ਤੁਸੀਂ ਸਥਿਤੀ ਦੇਖੋ ਕਿ ਅੱਜ ਵੀ ਉੱਥੇ ਜਦੋਂ ਆਪਾਂ ਡਿਬੇਟ ਕਰ ਰਹੇ ਹਾਂ ਤਾਂ ਸੰਗਤਾਂ ਨੂੰ ਨਿਆਂ ਲੈਣ ਦੇ ਲਈ ਧਰਨਾ ਦੇਣਾ ਪੈ ਰਿਹਾ ਹੈ। ਮੈਂ ਇਹੋ ਜਿਹੀਆਂ ਘਟਨਾਵਾਂ ਜਿੱਥੇ ਧਾਰਮਿਕ ਸਥਾਨ ਨੇ ਉੱਥੇ ਵਾਪਰਨ ਦਾ ਸਭ ਤੋਂ ਵੱਡਾ ਕਾਰਨ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਧਰਮ ਜਿਹੜਾ ਹੈ ਉਹ ਅਸਲ ਵਿੱਚ ਮਾਨਵਤਾ ਦੀ ਸੇਵਾ ਲਈ ਹੈ, ਲੇਕਿਨ ਧਰਮ ਨੂੰ ਇੱਕ ਵਪਾਰ ਬਣਾ ਲਿਆ ਗਿਆ। ਜਿਹੜੇ ਲੋਕ ਇੱਥੇ ਮਤਲਬ ਸੇਵਾ ਕਰਦੇ ਨੇ, ਡਿਊਟੀਆਂ ਕਰਦੇ ਨੇ, ਉਹ ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਦੂਜੇ ਅਦਾਰੇ ਹੁੰਦੇ ਨੇ ਤੇ ਉੱਤੇ ਉਸੇ ਤਰ੍ਹਾਂ ਦੇ ਅਦਾਰਿਆਂ ਵਿੱਚ ਇਹ ਇਸ ਤਰ੍ਹਾਂ ਦੀਆਂ ਡਿਊਟੀਆਂ ਕੀਤੀਆਂ ਜਾਂਦੀਆਂ ਨੇ। ਜਦੋਂ ਵੀ ਮਤਲਬ ਕਦੇ ਇਹਨਾਂ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ, ਭਾਵੇਂ ਉਹ ਮੈਨੇਜਰ ਹੈ, ਭਾਵੇਂ ਗ੍ਰੰਥੀ ਸਿੰਘ ਨੇ, ਭਾਵੇਂ ਕੋਈ ਹੋਰ ਹੈ, ਉਹਦਾ ਪਿਛੋਕੜ ਦੇਖਣ ਦਾ ਵੀ ਯਤਨ ਨਹੀਂ ਕੀਤਾ ਜਾਂਦਾ। ਜੇ SGPC ਦੇ ਪ੍ਰਧਾਨ ਆਪਾਂ ਇਦਾਂ ਦੇ ਲੱਗਣਗੇ ਕਿ ਹੋ ਸਕਦਾ ਆਰੀ ਵਿਧਾਨ ਸਭਾ ਚੋਣ ਤੋਂ ਉਹਨਾਂ ਨੇ ਆਪਣੇ ਹਲਕੇ 'ਚ ਵਿਧਾਇਕ ਦੀ ਚੋਣ ਲੜਨੀ ਹੋਵੇ, ਪੰਜੋਲੀ ਜੀ ਫਿਰ ਫੈਸਲਾ ਤਾਂ ਇੱਕ ਪਾਸੇ ਕਰਨਾ ਪਏਗਾ ਨਾ ਕਿ ਤੁਸੀਂ ਧਾਰਮਿਕ ਖੇਤਰ 'ਚ ਜਾਣਾ ਜਾਂ ਲੋਕਾਂ ਦੀਆਂ ਵੋਟਾਂ ਲੈਣੀਆਂ। ਜੇ ਦੋ ਬੇੜੀਆਂ 'ਚ ਪੈਰ ਰੱਖੋਗੇ ਤਾਂ ਗੁਰਦੁਆਰਾ ਗੰਗ ਸਾਗਰ ਵਰਗੀਆਂ ਘਟਨਾਵਾਂ ਵਾਪਰਨਗੀਆਂ ਪੰਜੋਲੀ ਜੀ। ਰਾਜ ਕਰਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਜਿਹੜਾ ਹੈ ਉਹ ਬਹੁਤ ਸਾਫ਼ ਸੁਥਰਾ ਬਣਾਉਣਾ ਪਏਗਾ। ਸਾਫ਼ ਸੁਥਰਾ ਅਕਸ ਬਣਾਏ ਬਗੈਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ। ਇਹ ਤੋਂ ਜਿਹੜੇ ਪਹਿਲੇ ਪ੍ਰਧਾਨ ਸੀ ਲੋਂਗੋਵਾਲ ਜੀ, ਉਹ ਵੀ ਪਹਿਲਾਂ MLA ਰਹੇ, ਰਾਜਸੀ ਖੇਤਰ 'ਚੋਂ ਆਏ। ਬੀਬੀ ਜੀ ਵੀ ਪਹਿਲਾਂ ਮੰਤਰੀ ਰਹੇ, ਹੁਣ SGPC ਦੇ ਪ੍ਰਧਾਨ। ਇਹ ਤਾਂ ਪੰਜੋਲੀ ਜੀ ਫਿਰ ਸੌਦਾਜਨਕ ਪੋਸਟ ਹੋ ਗਈ ਨਾ। ਜਿਸ ਤਰ੍ਹਾਂ ਜੌਬ ਹੁੰਦੀ ਹੈ ਕਿ ਕਦੇ ਤੁਸੀਂ ਹੈਲਥ 'ਚ ਚਲੇ ਜਾਓ ਤੇ ਕਦੇ ਤੁਸੀਂ ਜਿਹੜਾ ਕਿਸੇ ਹੋਰ ਮਹਿਕਮੇ 'ਚ ਚਲੇ ਗਏ ਤਾਂ ਫਿਰ ਮਹਿਕਮਾ ਬਦਲਣ ਵਾਲੀ ਗੱਲ ਹੋ ਗਈ, ਸੇਵਾ ਤਾਂ ਨਾ ਹੋਈ ਨਾ। ਕਦੇ ਤੁਸੀਂ MLA ਹੋ, ਕਦੇ SGPC ਦੇ ਪ੍ਰਧਾਨ ਹੋ। ਬਹੁਤ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇੱਕ ਯੋਗ ਟੀਮ ਦੀ ਜ਼ਰੂਰਤ ਹੈ। ਜੇ ਯੋਗ ਟੀਮ ਨਾ ਦਿੱਤੀ ਗਈ, ਮੈਂ ਸਮਝਦਾ ਪ੍ਰਬੰਧ ਹੋਰ ਵਿਗੜ ਜਾਏਗਾ ਤੇ ਬੜਾ ਵੱਡਾ ਨੁਕਸਾਨ ਹੋਏਗਾ। SGPC ਲਈ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਆਪਾਂ ਗੱਲਾਂ ਕਰਦੇ ਹੋਰ ਵੱਡੇ ਇਨਸਾਫ ਤੇ ਨਿਆਂ ਲੈਣ ਲਈ ਅਸੀਂ ਆਪਣੇ ਗੁਰਦੁਆਰਾ ਸਾਹਿਬ, ਆਪਣੀਆਂ ਜਿਹੜੀਆਂ ਸਰਾਵਾਂ, ਆਪਣੀ ਜਿਹੜੇ ਠਹਿਰਨ ਵਾਲੇ ਸਥਾਨ ਹੈ ਉਹਨਾਂ ਤੇ ਤਾਂ ਸਫਾਈ ਰੱਖ ਨਹੀਂ ਸਕਦੇ, ਗੰਦ ਤਾਂ ਉੱਥੇ ਪੈ ਰਿਹਾ। बिल्कुल सिद्धू साहब, पहली गल तो यह है कि बई जिहड़ा गुरुद्वारा गंगसर जैतों का जिहड़ा यह साका वापरिया है, ये श्रोमणी कमेटी के प्रबंध अधीन चलते अदारियां का पहला साका नहीं है। नज़रिए की डिबेट जगतार सिंह सिद्धू ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਮਾਲਵੇ ਦੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਮਾਨਵਤਾ ਦਾ ਸ਼ਰਮਸਾਰ ਹਾਈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਬਹੁਤ ਵੱਡੇ ਸਵਾਲ ਉੱਠ ਰਹੇ ਹੈ। ਮਾਮਲਾ ਕੇਵਲ ਇੱਥੋਂ ਤੱਕ ਸੀਮਿਤ ਨਹੀਂ, ਪ੍ਰਬੰਧਾਂ ਦੇ ਨਾਲ ਮਰਿਆਦਾ ਦੇ ਵੀ ਬਹੁਤ ਵੱਡੇ ਸਵਾਲ ਹੈ ਜਿਨ੍ਹਾਂ ਤੇ ਚਰਚਾ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਗੱਲ ਕਰ ਲਈਏ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਉਹਨਾਂ ਦੇ ਲਾਪਤਾ ਹੋਣ ਦੀ ਗੱਲ ਕਰ ਲਈਏ, ਇਹਨਾਂ ਸਾਰੇ ਮਾਮਲਿਆਂ ਤੇ ਕਟਹਿਰੇ 'ਚ ਹੈ ਕਿ SGPC ਦੀ ਲੀਡਰਸ਼ਿਪ ਕੁਝ ਲੋਕਾਂ ਤੇ ਕਾਰਵਾਈ ਕਰਾਉਣ ਦੇ ਨਾਲ, ਜਾਂਚ ਵਿੱਚ ਸਹਿਯੋਗ ਦੇਣ ਦੇ ਨਾਲ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਚਰਚਾ 'ਚ ਇਸ ਖੇਤਰ ਦੇ ਸਾਡੇ ਜਿਹੜੇ ਕਦਾਵਰ ਮਹਿਮਾਨ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਇਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਜੀ, ਸਾਡੇ ਨਾਲ ਤੀਜੇ ਮਹਿਮਾਨ ਸਿੱਖ ਵਿਦਵਾਨ ਡਾਕਟਰ ਮਦਨਜੀਤ ਕੌਰ ਸੋਹਤਾ। ਤਿੰਨਾਂ ਹੀ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਧੰਨਵਾਦ ਜੀ, ਧੰਨਵਾਦ ਸਿੱਧੂ ਸਾਹਿਬ, ਬਹੁਤ ਮਿਹਰਬਾਨੀ ਪੰਜੋਲੀ ਸਾਹਿਬ। ਜਿਹੜਾ ਐਡਾ ਵੱਡਾ ਦੁਖਦਾਈ ਮਾਮਲਾ, ਜਦੋਂ ਮੈਂ ਗੱਲ ਕਰਦਾ ਮਾਨਵਤਾ ਦੇ ਸ਼ਰਮਸਾਰ ਹੋਣ ਦੀ, ਜੈਤੋ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਉਹਦੇ ਨਾਲ SGPC ਦਾ ਪ੍ਰਬੰਧ ਬਹੁਤ ਵੱਡੇ ਕਟਹਿਰੇ 'ਚ ਹਾਈ ਹੈ। ਤੁਸੀਂ ਸਥਿਤੀ ਦੇਖੋ ਕਿ ਅੱਜ ਵੀ ਉੱਥੇ ਜਦੋਂ ਆਪਾਂ ਡਿਬੇਟ ਕਰ ਰਹੇ ਹਾਂ ਤਾਂ ਸੰਗਤਾਂ ਨੂੰ ਨਿਆਂ ਲੈਣ ਦੇ ਲਈ ਧਰਨਾ ਦੇਣਾ ਪੈ ਰਿਹਾ ਜੀ। ਪੰਜੋਲੀ ਜੀ, ਕੀ ਕਹੋਗੇ ਇਸ ਮੁੱਦੇ ਤੇ?
ਸਿੱਧੂ ਸਾਹਿਬ ਨਿਰਸੰਦੇਹ ਗੁਰਦੁਆਰਾ ਗੰਗਸਰ ਜੈਤੋਂ ਸਾਹਿਬ ਵਿਖੇ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ, ਨਿੰਦਣਯੋਗ ਹੈ। ਲੇਕਿਨ ਮੈਂ ਇਹ ਮਹਿਸੂਸ ਕਰਦਾ ਇਹੋ ਜਿਹੀਆਂ ਘਟਨਾਵਾਂ ਜਿੱਥੇ ਧਾਰਮਿਕ ਸਥਾਨ ਨੇ ਉੱਥੇ ਵਾਪਰਨ ਦਾ ਸਭ ਤੋਂ ਵੱਡਾ ਕਾਰਨ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਧਰਮ ਜਿਹੜਾ ਹੈ ਉਹ ਅਸਲ ਵਿੱਚ ਮਾਨਵਤਾ ਦੀ ਸੇਵਾ ਲਈ ਹੈ, ਲੇਕਿਨ ਧਰਮ ਨੂੰ ਇੱਕ ਵਪਾਰ ਬਣਾ ਲਿਆ ਗਿਆ। ਜਿਹੜੇ ਲੋਕ ਇੱਥੇ ਮਤਲਬ ਸੇਵਾ ਕਰਦੇ ਨੇ, ਡਿਊਟੀਆਂ ਕਰਦੇ ਨੇ, ਉਹ ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਦੂਜੇ ਅਦਾਰੇ ਹੁੰਦੇ ਨੇ, ਤੇ ਉਹਦੇ ਉਸੇ ਤਰ੍ਹਾਂ ਦੇ ਅਦਾਰਿਆਂ ਵਿੱਚ ਇਹ ਇਸ ਤਰ੍ਹਾਂ ਦੀਆਂ ਡਿਊਟੀਆਂ ਕੀਤੀਆਂ ਜਾਂਦੀਆਂ ਨੇ। ਤੇ ਨੰਬਰ 2 ਤੇ ਜਦੋਂ ਵੀ ਮਤਲਬ ਕਦੇ ਇਹਨਾਂ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ, ਭਾਵੇਂ ਉਹ ਮੈਨੇਜਰ ਹੈ, ਭਾਵੇਂ ਗ੍ਰੰਥੀ ਸਿੰਘ ਨੇ, ਭਾਵੇਂ ਕੋਈ ਹੋਰ ਹੈ, ਉਹਦਾ ਪਿਛੋਕੜ ਦੇਖਣ ਦਾ ਵੀ ਯਤਨ ਨਹੀਂ ਕੀਤਾ ਜਾਂਦਾ, ਇਹ ਸਮਝ ਕੇ ਵੀ ਫਲਾਣੇ ਮੈਂਬਰ ਸਾਹਿਬਾਨ ਦੀ ਸਿਫਾਰਿਸ਼ ਹੈ ਇੱਥੇ ਲਾ ਲਓ। ਲੇਕਿਨ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਬਹੁਤ ਜ਼ਰੂਰੀ ਹੈ, ਚਾਹੀਦੀ ਇਹ ਹੈ ਕਿ ਜਿਸ ਬੰਦੇ ਦੀ ਮੈਂ ਸਪੋਜ਼ ਕਰੋ ਸਿਫਾਰਿਸ਼ ਕਰਦਾ ਤਾਂ ਮੇਰੀ ਸਿਫਾਰਿਸ਼ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਵੱਲੋਂ ਉਹਦੀ ਪੜਤਾਲ ਕਰਾਉਣੀ ਚਾਹੀਦੀ ਹੈ, ਉਹਦਾ ਜੀਵਨ ਕਿਹੋ ਜਿਹਾ, ਉਹਦੀ ਰਹਿਣੀ ਸਹਿਣੀ ਕਿਹੋ ਜਿਹੀ ਹੈ। ਪਰ ਇਹਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹਦੇ ਵਿੱਚ ਵੀ ਕੋਈ ਦੋ ਰਾਮਾਂ ਨਹੀਂ ਹਨ। ਸ਼੍ਰੋਮਣੀ ਕਮੇਟੀ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਖਾਸ ਕਰਕੇ ਨਹੀਂ ਕਮੇਟੀ ਦਾ ਮਤਲਬ ਜਿਹੜਾ ਪ੍ਰਬੰਧ ਹੈ ਇਸ ਟਾਈਮ ਚੱਲ ਰਿਹਾ, ਉਹ ਮੈਨੂੰ ਲੱਗਦਾ ਕਿ ਬਹੁਤਾ ਮਤਲਬ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ। ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਜ਼ਿਆਦਾ ਧਿਆਨ ਰਾਜਸੀ ਖੇਤਰ ਵੱਲ ਹੈ, ਧਾਰਮਿਕ ਖੇਤਰ ਵੱਲ ਬਹੁਤ ਘੱਟ ਹੈ, ਜਦ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਿਹੜੀ ਆ ਉਹ ਇੱਕ ਸਥਾਨ ਦੀ ਜ਼ਿੰਮੇਵਾਰ ਮੁਖੀ ਹੈ, ਲੇਕਿਨ ਉਹਨੂੰ ਤਾਂ ਧਾਰਮਿਕ ਤੌਰ ਤੇ ਬਹੁਤ ਚੇਤੰਨ ਹੋਣ ਦੀ ਜ਼ਰੂਰਤ ਹੈ। ਰਾਜਸੀ ਜੇ ਰਾਜਨੀਤਿਕ ਖੇਤਰ ਵਿੱਚ ਕੋਈ ਦਿਲਚਸਪੀ ਹੈ ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੱਲ ਧਿਆਨ ਦੇਣ ਦਾ ਯਤਨ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਜੇ ਸ਼੍ਰੋਮਣੀ ਕਮੇਟੀ ਸਰ ਪੰਜੋਲੀ ਸਾਹਿਬ ਤੁਸੀਂ ਬਹੁਤ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ, ਮੈਂ ਇਸ ਲਈ ਜ਼ਰੂਰੀ ਸਮਝਿਆ ਕਿ ਇੱਥੇ ਸਵਾਲ ਤੁਹਾਡੇ ਕੋਲੋਂ ਲਿਆ ਜਾਵੇ। ਤੁਸੀਂ ਗੱਲ ਕਰ ਰਹੇ ਹੋ ਕਿ ਰਾਜਸੀ ਜਾਂ ਧਾਰਮਿਕ ਖੇਤਰ ਜੋ ਇੱਕ ਖੇਤਰ ਦੀ ਚੋਣ ਦੀ ਗੱਲ ਕਰਦੇ ਆ, ਆਪਾਂ ਕਹਿੰਦੇ ਆ ਕਿ ਐਸਜੀਪੀਸੀ ਦੇ ਅਦਾਰੇ ਜਿਹੜੇ ਮੁਲਾਜ਼ਮ ਹੈ ਉਹ ਇਸ ਤਰ੍ਹਾਂ ਕੰਮ ਕਰਦੇ ਆ ਜਿਵੇਂ ਦੂਜੀਆਂ ਸੰਸਥਾਵਾਂ ਜਾਂ ਵਪਾਰਕ ਖੇਤਰਾਂ 'ਚ ਕੰਮ ਕਰਦੇ ਆ। ਸਿੰਘ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਇਸ ਖੇਤਰ 'ਚ ਜ਼ਿੰਮੇਵਾਰੀ ਨਿਭਾ ਰਹੇ ਹੋ, ਜੇ ਐਸਜੀਪੀਸੀ ਦੇ ਪ੍ਰਧਾਨ ਆਪਾਂ ਇਦਾਂ ਦੇ ਲੱਗਣਗੇ ਕਿ ਹੋ ਸਕਦਾ ਆਰੀ ਵਿਧਾਨ ਸਭਾ ਚੋਣ 'ਚ ਉਹਨਾਂ ਨੇ ਆਪਣੇ ਹਲਕੇ 'ਚ ਵਿਧਾਇਕ ਦੀ ਚੋਣ ਲੜਨੀ ਹੋਵੇ, ਪੰਜੋਲੀ ਜੀ ਫਿਰ ਫੈਸਲਾ ਤਾਂ ਇੱਕ ਪਾਸੇ ਕਰਨਾ ਪਏਗਾ ਨਾ ਕਿ ਤੁਸੀਂ ਧਾਰਮਿਕ ਖੇਤਰ 'ਚ ਰਹਿਣਾ ਜਾਂ ਲੋਕਾਂ ਦੀਆਂ ਵੋਟਾਂ ਲੈਣੀਆਂ। ਜੇ ਦੋ ਬੇੜੀਆਂ 'ਚ ਪੈਰ ਰੱਖੋਗੇ ਤਾਂ ਗੁਰਦੁਆਰਾ ਗੰਗਸਾਗਰ ਵਰਗੀਆਂ ਘਟਨਾਵਾਂ ਵਾਪਰਨਗੀਆਂ ਪੰਜੋਲੀ ਜੀ। ਦੇਖੋ ਇਹ ਗੱਲ 'ਚ ਕੋਈ ਦੋ ਰਾਮਾ ਨਹੀਂ ਕਿ ਜੇ ਪੰਜਾਬ ਦੀ ਸਤ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕਰਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਜਿਹੜਾ ਹੈ ਉਹ ਬਹੁਤ ਸਾਫ਼ ਸੁਥਰਾ ਬਣਾਉਣਾ ਪਏਗਾ। ਸਾਫ਼ ਸੁਥਰਾ ਅਕਸ ਬਣਾਏ ਬਗੈਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਕੋਈ ਫਾਇਦਾ ਨਹੀਂ ਹੁੰਦਾ ਸੱਤਾ ਦੀਆਂ ਪੌੜੀਆਂ ਨਹੀਂ ਚੜੀਆਂ ਜਾ ਸਕਦੀਆਂ। ਤੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਰਾਜਸੀ ਖੇਤਰ ਦੋਹਾਂ ਚੋਂ ਇੱਕ ਦੀ ਚੋਣ ਕਰਨੀ ਚਾਹੀਦੀ ਹੈ। ਅੱਜ ਵੱਡਾ ਧਿਆਨ ਮੰਗਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਪ੍ਰਬੰਧ ਗੁਰਦੁਆਰੇ ਸਾਹਿਬਾਨ ਦਾ ਬਹੁਤ ਜ਼ਰੂਰੀ ਹੈ ਜਿਹੋ ਜਿਹੇ ਹਾਲਾਤ ਬਣਦੇ ਜਾਂਦੇ ਨੇ। ਜੀ ਜੋਨੀ ਸਾਹਿਬ, ਮੈਂ ਸਵਾਲ ਅੱਗੇ ਮੇਰੇ ਸਤਿਕਾਰਯੋਗ ਮਹਿਮਾਨ ਉਹਨਾਂ ਨੇ ਵੀ ਢੀਕ ਹੈਗੀ ਹੈ, ਮੈਂ ਉਹਨਾਂ ਤੋਂ ਸਵਾਲ ਲੈਣੇ ਹੈ, ਪਰ ਇੱਕ ਸਵਾਲ ਹੋਰ ਇਸ ਮਾਮਲੇ ਤੇ ਉੱਠਦਾ ਹੈ। ਇਹ ਲਗਾਤਾਰ ਮੈਂ ਇਸ ਕਰਕੇ ਸਵਾਲ ਪੁੱਛ ਰਿਹਾ ਹਾਂ ਕਿਉਂਕਿ ਤੁਹਾਡੀ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਇਸ ਅਦਾਰੇ ਨਾਲ ਬਹੁਤ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ। ਇਸ ਤੋਂ ਜਿਹੜੇ ਪਹਿਲੇ ਪ੍ਰਧਾਨ ਸੀ ਲੌਂਗੋਵਾਲ ਜੀ, ਉਹ ਵੀ ਪਹਿਲਾਂ ਐਮਐਲਏ ਰਹੇ, ਰਾਜਸੀ ਖੇਤਰ ਚੋਂ ਆਏ, ਬੀਬੀ ਜੀ ਵੀ ਪਹਿਲਾਂ ਮੰਤਰੀ ਰਹੇ, ਹੁਣ ਐਸਜੀਪੀਸੀ ਦੇ ਪ੍ਰਧਾਨ। ਇਹ ਤਾਂ ਪੰਜੋਲੀ ਜੀ ਫਿਰ ਸੌਦਾਜਨਕ ਪੋਸਟ ਹੋ ਗਈ ਨਾ, ਜਿਸ ਤਰ੍ਹਾਂ ਜੌਬ ਹੁੰਦੀ ਹੈ ਕਿ ਕਦੇ ਤੁਸੀਂ ਹੈਲਥ 'ਚ ਚਲੇ ਜਾਓ ਤੇ ਕਦੇ ਤੁਸੀਂ ਜਿਹੜਾ ਕਿਸੇ ਹੋਰ ਮਹਿਕਮੇ 'ਚ ਚਲੇ ਗਏ, ਤਾਂ ਫਿਰ ਮਹਿਕਮਾ ਬਦਲਣ ਵਾਲੀ ਗੱਲ ਹੋ ਗਈ, ਸੇਵਾ ਤਾਂ ਨਾ ਹੋਈ ਨਾ। ਕਦੇ ਤੁਸੀਂ ਐਮਐਲਏ ਹੋ, ਕਦੇ ਐਸਜੀਪੀਸੀ ਦੇ ਪ੍ਰਧਾਨ ਹੋ। ਸਿੱਧੂ ਸਾਹਿਬ ਬਹੁਤ ਜ਼ਰੂਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇੱਕ ਯੋਗ ਟੀਮ ਦੀ ਜ਼ਰੂਰਤ ਹੈ। ਜੇ ਯੋਗ ਟੀਮ ਨਾ ਦਿੱਤੀ ਗਈ ਮੈਂ ਸਮਝਦਾ ਪ੍ਰਬੰਧ ਹੋਰ ਵਿਗੜ ਜਾਏਗਾ ਤੇ ਬੜਾ ਵੱਡਾ ਨੁਕਸਾਨ ਹੋਏਗਾ।
ਓਕੇ, ਅਮਰਿੰਦਰ ਜੀ, ਐਸਜੀਪੀਸੀ ਦੇ ਮੈਂਬਰ ਤਾਂ ਤੁਸੀਂ ਰਹੇ ਹੀ ਰਹੇ ਹੋ, ਪਰ ਲਗਾਤਾਰ ਤੁਸੀਂ ਵੀ ਸਾਰੇ ਧਾਰਮਿਕ ਮਾਮਲਿਆਂ ਨਾਲ ਨਜ਼ਦੀਕ ਤੋਂ ਜੁੜੇ ਹੋਏ ਹੋ। ਜੈਤੋ ਸਾਹਿਬ ਦੇ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ 10ਵੇਂ ਪਾਤਸ਼ਾਹ ਨਾਲ ਉਹਨਾਂ ਦੀ ਯਾਦ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬ, ਉੱਥੇ ਐਡੀ ਵੱਡੀ ਸ਼ਰਮਨਾਕ ਘਟਨਾ ਵਾਪਰੀ ਹੈ। ਐਸਜੀਪੀਸੀ ਲਈ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਆਪਾਂ ਗੱਲਾਂ ਕਰਦੇ ਹਾਂ ਹੋਰ ਵੱਡੇ ਇਨਸਾਫ ਤੇ ਨਿਆਂ ਲੈਣ ਲਈ। ਅਸੀਂ ਆਪਣੇ ਗੁਰਦੁਆਰਾ ਸਾਹਿਬ, ਆਪਣੀਆਂ ਜਿਹੜੀਆਂ ਸਰਾਵਾਂ, ਆਪਣੀ ਜਿਹੜੇ ਠਹਿਰਨ ਵਾਲੇ ਸਥਾਨ ਹੈ, ਉਹਨਾਂ ਤੇ ਤਾਂ ਸਫਾਈ ਰੱਖ ਨਹੀਂ ਸਕਦੇ, ਗੰਦ ਤਾਂ ਉੱਥੇ ਪੈ ਰਿਹਾ ਹੈ। ਬਿਲਕੁਲ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਬਈ ਜਿਹੜਾ ਗੁਰਦੁਆਰਾ ਗੰਗਸਰ ਜੈਤੋਂ ਦਾ ਜਿਹੜਾ ਇਹ ਸਾਕਾ ਵਾਪਰਿਆ ਹੈ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਅਦਾਰਿਆਂ ਦਾ ਪਹਿਲਾ ਸਾਕਾ ਨਹੀਂ ਹੈ। ਇਹ ਬਹੁਤ ਸਾਰੇ ਅਨੇਕਾਂ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਦੀ ਦੁਰਵਰਤੋਂ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ, ਔਰ ਪੰਜੋਲੀ ਸਾਹਿਬ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਕਿ ਇਹ ਖਾਲੀ ਇੱਕ ਗੁਰਦੁਆਰਾ ਸਾਹਿਬ ਦੀ ਸਰਾਂ ਦੇ ਵਿੱਚ ਦੁਰਵਰਤੋਂ ਨਹੀਂ ਹੋਈ, ਉਹਦਾ ਮਿਸਯੂਜ਼ ਨਹੀਂ ਹੋਇਆ। ਇਹ ਮਤਲਬ ਇਹ ਤਾਂ ਘਰ ਘਰ ਹੀ ਕੁਝ ਹੋ ਰਿਹਾ ਹੈ। ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ, ਚੰਡੀਗੜ੍ਹ ਦਾ ਕਲਗੀਧਰ ਨਿਵਾਸ ਜਿਹੜੀ ਸਰਾਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਬੜੇ ਲੰਬੇ ਸਮੇਂ ਤੋਂ ਪੁਲਿਸ ਵਾਲਿਆਂ ਨੂੰ ਇੱਕ ਕਿਸਮ ਦੀ ਮਤਲਬ ਉਹਨਾਂ ਨੇ ਲੀਜ਼ ਤੇ ਦਿੱਤੀ ਹੋਈ ਸੀ। ਇਹ ਪਿੱਛੇ ਪੰਜੋਲੀ ਜੀ ਨੇ ਹੀ ਖਾਲੀ ਕਰਵਾਈ ਹੈ, ਆਵਾਜ਼ ਚੱਕੀ ਸੀ ਅਸੀਂ ਸਾਰਿਆਂ ਨੇ ਇੱਥੇ, ਤੇ ਇਹਨਾਂ ਦੇ ਉਦਮ ਸਦਕਾ ਹੀ ਉਹ ਖਾਲੀ ਹੋਈ ਹੈ। ਲੇਕਿਨ ਉੱਥੇ ਵੀ ਬਹੁਤ ਵੱਡੀ ਇਸੇ ਤਰੀਕੇ ਦੀ ਦੁਰਵਰਤੋਂ ਹੁੰਦੀ ਰਹੀ। ਸ਼ਰਾਬ ਦਾ ਸੇਵਨ ਸੀਆਰਪੀ ਵਾਲੇ ਬੰਦੇ ਤੇ ਹੋਰ ਸੀਆਈਐਸਐਫ ਦੇ ਜਿੰਨੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਗਾਰਡ ਸੀ, ਉਹ ਸਾਰੀ ਫੋਰਸ ਨੂੰ ਉਹਨਾਂ ਨੇ ਸਰਾਂ ਦੇਤੀ ਸੀ ਉਹ, ਤੇ ਉਹ ਘੱਟੋ ਘੱਟ 10-15 ਸਾਲ ਉਹਦੀ ਜਿਹੜੀ ਬਿਜਲੀ ਪਾਣੀ ਦਾ ਖਰਚਾ ਉਹ ਵੀ ਸ਼੍ਰੋਮਣੀ ਕਮੇਟੀ ਦਿੰਦੀ ਰਹੀ। ਸੋ ਇਹ ਜਿਹੜੀ ਮਾਨਸਿਕਤਾ ਹੈਗੀ ਹੈ ਕਿ ਇਹਨਾਂ ਜਾਇਦਾਦਾਂ ਨੂੰ ਅਸੀਂ ਆਪਣੇ ਚਹੇਤਿਆਂ ਨੂੰ ਮਤਲਬ ਇੱਕ ਕਿਸਮ ਦਾ ਅੱਗੇ ਲੀਜ਼ ਤੇ ਦੇ ਦਈਏ ਕਿ ਲਓ ਇਹ ਤੁਹਾਨੂੰ ਸਪੁਰਦ ਕੀਤੀਆਂ, ਤੁਸੀਂ ਸਾਡੇ ਨਾਲ ਖੜੇ ਰਹੋ, ਮौज ਮਸਤੀ ਕਰੋ। ਇਹ ਜਿਹੜੀ ਪ੍ਰਵਰਤੀ ਹੈ, ਇਸ ਦਾ ਨਤੀਜਾ ਹੈ। ਇੱਕ ਦਿਨ ਦੇ ਵਿੱਚ ਨਹੀਂ ਇਹ ਵਾਪਰਿਆ ਸਭ ਕੁਝ। ਜੇ ਅਸੀਂ ਕਹੀਏ ਕਿ ਆਲ ਆਫ ਅ ਸਡਨ ਇਹ ਗੰਗਸਰ ਜੈਤੋਂ ਦੇ ਵਿੱਚ ਹੋ ਗਿਆ, ਐਸੀ ਗੱਲ ਨਹੀਂ ਹੈ। ਇਹ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੋਏਗਾ, ਉਜਾਗਰ ਅੱਜ ਹੋਇਆ। ਸੋ ਨਾਲੇ ਗੰਗਸਰ ਜੈਤੋਂ ਕੱਲਾ ਜਗ੍ਹਾ ਨਹੀਂ ਹੈ ਜਿੱਥੇ ਇਹ ਕੰਮ ਚੱਲ ਰਿਹਾ, ਇਹ ਕੰਮ ਦਰਬਾਰ ਸਾਹਿਬ ਦੇ ਵਿੱਚ ਚੱਲ ਰਿਹਾ ਹੈ, ਜਿੱਥੇ ਕਿ ਵੱਡੇ ਮਤਲਬ ਪੱਧਰ ਦੇ ਉੱਪਰ ਇਹਨਾਂ ਦੀਆਂ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਹੈ, ਉਹਨਾਂ ਦੀਆਂ ਜਿਹੜੀਆਂ ਗਾਰਡਾਂ ਹੈਗੀਆਂ, ਫੋਰਸ ਹੈਗੀ, ਉਹਨਾਂ ਦੇ ਪੱਕੇ ਹੀ ਕਮਰੇ ਦੱਬੇ ਹੋਏ ਆ। ਉਹਨਾਂ ਨੇ ਚਹੇਤਿਆਂ ਨੂੰ ਆਪਣੇ ਕਮਰਿਆਂ ਦੀਆਂ ਚਾਬੀਆਂ ਦਿੱਤੀਆਂ ਹੋਈਆਂ, ਤੇ ਸੰਗਤ ਦੇ ਵਿੱਚ ਜੇ ਕੋਈ ਗੁਰਸਿੱਖ ਜਾਂਦਾ ਹੈ ਦਰਸ਼ਨਾਂ ਲਈ ਤੇ ਉਹ ਜੇ ਕਮਰਾ ਮੰਗਦਾ ਤੇ ਉਹਦੇ ਨਾਲ ਮਤਲਬ ਮਿਸਬਿਹੇਵ ਕੀਤਾ ਜਾਂਦਾ, ਦੁਰਵਿਹਾਰ ਉਹਦੇ ਨਾਲ ਕੀਤਾ ਜਾਂਦਾ। ਐਸੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਲੇਕਿਨ ਇਹ ਜਿਹੜਾ ਪਰਦਾ ਇੱਕ ਮਹਾਰਾਜ ਨੇ ਚੱਕਿਆ ਹੈ, ਇਹ ਜਿਹੜਾ ਹੈਗਾ ਇੱਕ ਕਿਸਮ ਦਾ ਬੇਅਦਬੀ ਦੀ ਘਟਨਾਵਾਂ ਤਾਂ ਅਸੀਂ ਸਾਰੀਆਂ ਦੇਖੀਆਂ ਹੀ ਹੈ। ਕਿਸ ਤਰੀਕੇ ਦੇ ਨਾਲ ਦੀ ਬੇਅਦਬੀ ਦੇ ਉੱਪਰ ਇਹਨਾਂ ਨੇ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ। ਇੱਕ ਐਸਾ ਪਹਿਲੂ ਆ ਜਿਹੜਾ ਤੁਹਾਡੇ ਪ੍ਰਬੰਧ ਤੇ ਬੁਰੀ ਤਰ੍ਹਾਂ ਜਿਹੜਾ ਕਟਾਕਸ਼ ਕਰ ਰਿਹਾ ਇਸ ਵੇਲੇ। ਤੇ ਬੜੇ ਅਫਸੋਸ ਦੀ ਗੱਲ ਹੈ ਕਿ ਪੰਜੋਲੀ ਸਾਹਿਬ ਬੋਲ ਤਾਂ ਜਿਵੇਂ ਆ ਰਹੇ ਆ ਜਿਵੇਂ ਆਪੋਜੀਸ਼ਨ ਚ ਹੁੰਦੇ ਆ, ਲੇਕਿਨ ਬੈਠੇ ਉਹਨਾਂ ਦੇ ਨਾਲ ਹੀ ਹੈ। ਪ੍ਰੋਬਲਮ ਸਾਰੀ ਇਹ ਹੈ ਕਿ ਜਦੋਂ ਤੱਕ ਅਸੀਂ ਆਪਣੇ ਨਿੱਜੀ ਲਾਲਚ ਜਿਹੜੇ ਉਹ ਨਹੀਂ ਛੱਡਾਂਗੇ, ਜੇਕਰ ਪੰਜੋਲੀ ਸਾਹਿਬ ਦੇ ਦਿਲ 'ਚ ਦਰਦ ਹੈ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੇ ਬੜੀਆਂ ਉਣਤਾਈਆਂ ਗਿਣਾਈਆਂ। ਜੇ ਉਣਤਾਈਆਂ ਗਿਣਾ ਕੇ ਵੀ ਅਸੀਂ ਉਹਨਾਂ ਦੇ ਨਾਲ ਹੀ ਖੜੇ ਰਹਿਣਾ ਜਿਹੜੇ ਉਣਤਾਈਆਂ ਕਰ ਰਹੇ ਆ, ਜਿਹੜੇ ਜਿਨ੍ਹਾਂ ਦੀ ਪੈਟਰਨੇਜ, ਜਿਨ੍ਹਾਂ ਦੀ ਛਤਰ ਛਾਇਆ ਹੇਠ ਸਾਰਾ ਕੁਝ ਹੋ ਰਿਹਾ ਹੈ। ਜਿਹੜਾ ਨਰੈਣੂ ਮਹੰਤ ਹੈ, ਨਰੈਣੂ ਮਹੰਤ 1920 ਇੱਕੋ ਹੀ ਸੀਗਾ, ਲੇਕਿਨ ਅੱਜ ਘਰ ਘਰ ਨਰੈਣੂ ਮਹੰਤ ਹੈ। ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਨਰੈਣੂ ਮਹੰਤ ਬੈਠਾ ਹੈ, ਤੇ ਪ੍ਰਬੰਧ ਦੇ ਨਾਲ ਅਸੀਂ ਫਿਰ ਉੱਥੇ ਦੇ ਉੱਥੇ ਹੀ ਖੜੇ ਆ। ਸੋ ਇਹ ਗੱਲਾਂ ਮਤਲਬ ਡਬਲ ਸਪੀਕ ਨਹੀਂ ਚੱਲੇਗੀ। ਇੱਕ ਲਕੀਰ ਖਿੱਚ ਕੇ ਸਾਰੇ ਜਿਹੜੇ ਵੀ ਮਤਲਬ ਮੈਂਬਰਸ ਹੈਗੇ ਆ ਜਾਂ ਹੋਰ ਜ਼ਿੰਮੇਵਾਰ ਬੰਦੇ ਆ, ਉਹਨਾਂ ਨੂੰ ਲਕੀਰ ਖਿੱਚ ਕੇ ਪਾਸੇ ਹੋਣਾ ਪਏਗਾ, ਤਾਂ ਸੁਧਾਰ ਦੀ ਗੱਲ ਹੋ ਸਕਦੀ ਹੈ। ਨਹੀਂ ਤਾਂ ਫਿਰ ਆਪਾਂ ਸਭ ਆਪਣੇ ਆਪਣੇ ਗੱਲਾਂ ਕਰ ਰਹੇ ਹਾਂ, ਅਖਬਾਰਾਂ ਪੜ੍ਹ ਰਹੇ ਹਾਂ, ਖਬਰਾਂ ਸੁਣ ਰਹੇ ਹਾਂ। ਜੀ ਅਮਰਿੰਦਰ ਜੀ ਥੈਂਕ ਯੂ ਵੈਰੀ ਮਚ। ਆਪਾਂ ਇਸ ਮੁੱਦੇ ਤੇ ਫੇਰ ਸਵਾਲ ਲਵਾਂਗੇ ਤੁਹਾਡੇ ਕੋਲੋਂ। ਪੰਜੋਲੀ ਜੀ, ਵੈਸੇ ਡਾਕਟਰ ਸਾਹਿਬ ਵੀ ਇੰਤਜ਼ਾਰ ਕਰ ਰਹੇ ਆ ਪੰਜੋਲੀ ਜੀ, ਪਰ ਤੁਹਾਡੇ ਨਾਲ ਸਿੱਧਾ ਸਵਾਲ ਹੈ, ਇਸ ਕਰਕੇ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਹਾਂ। ਅਮਰਿੰਦਰ ਜੀ ਨੇ ਕਿਹਾ ਹੈ ਕਿ ਸਾਨੂੰ ਲਕੀਰ ਖਿੱਚ ਕੇ ਕਰਨ ਦੀ ਲੋੜ ਹੈ, ਖੜੇ ਹੋਣ ਦੀ ਲੋੜ ਹੈ, ਜੇ ਅਸੀਂ ਜਿਹੜਾ ਹੈਗਾ ਇਸ ਸਿਸਟਮ 'ਚ ਸੁਧਾਰ ਚਾਹੁੰਦੇ ਹਾਂ। ਇਹ ਨਹੀਂ ਹੈ ਕਿ ਉਹ ਧਰਤੀ ਬੈਠੇ ਰਹਾਂਗੇ ਤੇ ਆਪਾਂ ਸੁਧਾਰ ਦੀ ਆਸ ਵੀ ਰੱਖਾਂਗੇ। ਦੇਖੋ, ਜੋ ਸਰਦਾਰ ਅਮਰਿੰਦਰ ਸਿੰਘ ਨੇ ਕਿਹਾ, ਮੈਂ ਸਮਝੀ ਸੁਧਾਰ ਕਰਨ ਦੀ ਭਾਵਨਾ ਚਾਹੀਦੀ ਹੈ, ਇੱਛਾ ਚਾਹੀਦੀ ਹੈ, ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਇਹਨਾਂ ਨੇ ਪਹਿਲਾਂ ਕਿਹਾ ਕਿ ਜਦੋਂ ਕਲਗੀਧਰ ਨਿਵਾਸ ਤੇ ਕਬਜ਼ਾ ਕੀਤਾ ਹੋਇਆ ਸੀ ਸੀਆਰਪੀਐਫ ਨੇ, ਇਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਤੇ ਮੈਂ ਤੁਰੰਤ ਐਕਸ਼ਨ ਕਰਕੇ ਜੇ ਮੈਂ ਬੈਠਾ ਸੀ ਤਾਂ ਮੈਂ ਢਾਉਣ ਦੀ ਸਮਰੱਥਾ ਮਤਲਬ ਕਢਵਾ ਦਿੱਤੇ, ਤੇ ਜੇ ਮੈਂ ਪੋਜੀਸ਼ਨ ਹੁੰਦਾ ਇਹਨਾਂ ਵਾਂਗੂ ਸ਼ਾਇਦ ਮੈਂ ਨਿਭਾ ਸਕਦਾ। ਤੇ ਦੂਜੀ ਗੱਲ ਮੈਂ ਇਹ ਸਮਝਦਾ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ, ਹੁਣ ਵੀ ਕਹਿਣਾ ਕਿ ਮੇਰੇ ਘਰ ਵਿੱਚ ਜੇ ਚੋਰ ਵੜ ਗਏ ਤਾਂ ਮੈਂ ਚੋਰ ਕੱਢਣ ਦਾ ਯਤਨ ਕਰਨਾ ਚਾਹੀਦਾ, ਨਾ ਕਿ ਘਰ ਛੱਡ ਕੇ ਭੱਜ ਜਾਣਾ ਚਾਹੀਦਾ। ਇਹ ਘਰ ਛੱਡ ਕੇ ਭੱਜਣ ਦੀ ਗੱਲ ਕਰਦੇ ਨੇ, ਚੋਰ ਗੱਲ ਨਹੀਂ ਕਰਦੇ।
ਜੀ ਪੰਜੋਲੀ ਜੀ, ਬਿਲਕੁਲ ਸਿੱਧਾ ਸਵਾਲ। ਜੇ ਚੋਰਾਂ ਦੀ ਗੱਲ ਕਰਦੇ ਹੋ, ਦੇਖੋ ਜਿਹੜਾ ਸਧਾਰਨ ਮੈਂਬਰ ਹੈ ਉਹਦੇ ਤੇ ਤਾਂ ਸਵਾਲ ਉੱਠ ਨਹੀਂ ਸਕਦੇ। ਸਵਾਲ ਤਾਂ ਲੀਡਰਸ਼ਿਪ ਤੇ ਉੱਠਣਗੇ ਨੇ ਜੀ, ਜਿਹੜੇ ਅਗਵਾਈ ਕਰ ਰਹੇ ਆ। ਫਿਰ ਤੁਹਾਨੂੰ ਕੀ ਲੱਗਦਾ ਜਿਹੜੀ ਲੀਡਰਸ਼ਿਪ ਹੈ ਚੋਰਾਂ ਦੇ ਕਟਹਿਰੇ 'ਚ ਖੜੀ ਹੈ? ਦੇਖੋ ਇਹ 'ਚ ਕੋਈ ਦੋ ਰਾਮਾ ਨਹੀਂ। ਜਿਹੜੇ ਲੋਕ ਅਗਵਾਈ ਕਰਦੇ ਨੇ ਉਹਨਾਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ, ਤੇ ਉਹਨਾਂ ਦੀ ਜਵਾਬ ਤਲਬੀ ਸਮੇਂ-ਸਮੇਂ ਪੰਥ ਕਰਦੀ ਹੈ, ਔਰ ਉਹਨੂੰ ਜਵਾਬ ਦੇਣੇ ਵੀ ਪੈ ਰਹੇ ਨੇ। ਜਿਹੇ ਜਿਹੇ ਹਾਲਾਤ ਅੱਜ ਪੰਜਾਬ ਦੀ ਸਰਜ਼ਮੀਨ ਤੇ ਹੋਏ ਹੋਏ ਨੇ, ਉਹ ਮੈਂ ਸਮਝਦਾ ਲੀਡਰਸ਼ਿਪ ਲਈ ਬਹੁਤ ਵੱਡਾ ਚੈਲੰਜ ਹੈ। ਜੇ ਲੀਡਰਸ਼ਿਪ ਨੇ ਆਪਣੇ ਆਪ ਵਿੱਚ ਸੁਧਾਰ ਲਿਆਉਣ ਦਾ ਯਤਨ ਨਾ ਕੀਤਾ, ਭਾਵੇਂ ਧਾਰਮਿਕ ਲੀਡਰਸ਼ਿਪ ਹੈ, ਭਾਵੇਂ ਉਹ ਸੰਤ ਮਹਾਂਪੁਰਸ਼ ਨੇ, ਭਾਵੇਂ ਰਾਜਨੀਤਿਕ ਲੀਡਰਸ਼ਿਪ ਹੈ, ਲੋਕ ਜਾਗ ਚੁੱਕੇ ਨੇ, ਲੋਕ ਜਵਾਬ ਮੰਗਦੇ ਨੇ, ਤੇ ਲੋਕਾਂ ਨੇ ਕਿਸੇ ਨੂੰ ਨਹੀਂ ਬਖਸ਼ਣਾ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ। ਇਸ ਕਰਕੇ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਨੂੰ ਚਾਹੀਦਾ ਕਿ ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੁਧਾਰ ਲਿਆਉਣਾ। ओके, थैंक यू वेरी मच डॉक्टर सोहता। बहुत ही अहम मामला है, खासतौर पर जो धार्मिक खेत्र की गल करते हैं। जैतो साहब के गुरुद्वारा साहब जो मंदभागियां घटनावां वापरियां, चाहे हुण जिहड़ी HPC कह रही है असीं जांच कर रहे हैं, कुछ लोगों नूं जिहड़ा है नौकरी तो पासे भी कर दिता गया, पर की लगदा नहीं कि इहदे नाल साडा जिहड़ा श्रोमणी गुरुद्वारा प्रबंधक कमेटी सिखां दी मिनी पार्लीमेंट जिस नूं असीं आखदे हां, ਉਹਦੇ ਪ੍ਰਬੰਧ 'ਚ ਐਡੇ ਵੱਡੇ ਮੰਗੋਰੇ ਆ कि सर शर्म नाल झुकदा जदों इहो जिहियां मंदभागियां घटनावां सामने आउंदियां। डॉक्टर सोहता की कहोगे? जी जी सिद्धू साहब, मैं सुन रही सीगी अपने मानयोग मैंबर साहबान नूं। ये तां वो खुद ही मनदे ने कि ਜਿਹੜੇ ਨਿਗਾਰ ਨੇ ਉਹ ਤਾਂ ਬਿਲਕੁਲ ਨੰਗਾ ਚਿੱਟਾ ਸੱਚ ਦੀ ਤਰ੍ਹਾਂ ਹੈਗੇ ਨੇ। ਉਹ ਕਬੂਲ ਵੀ ਕਰਦੇ ਨੇ, ਉਹ ਕਿਸੇ ਚੀਜ਼ ਤੋਂ ਮੁਨੱਕਰ ਵੀ ਨਹੀਂ ਹੁੰਦੇ। ਉਹ ਇਹ ਵੀ ਕਹਿੰਦੇ ਨੇ ਵੀ ਕੋਈ ਅੱਜ ਦੀ ਗੱਲ ਨਹੀਂ, ਕੋਈ ਭਾਵੇਂ ਅੱਜ ਦਾ ਮੈਂਬਰ ਆ ਭਾਵੇਂ ਸਾਬਕਾ ਮੈਂਬਰ ਨੇ, ਉਹ ਇਸ ਚੀਜ਼ ਨੂੰ ਬਿਲਕੁਲ ਕਬੂਲ ਕਰਦੇ ਨੇ ਕਿ ਇਹ ਚੀਜ਼ਾਂ ਇੱਕ ਨਹੀਂ ਜੋ ਨਜ਼ਰ 'ਚ ਆਈਆਂ ਨੇ, ਇਹ ਆਮ ਵਾਪਰਦੀਆਂ ਨੇ। ਤੋ ਇਹਦੇ ਵਾਸਤੇ ਸਿੱਖ ਸੰਗਤ ਨੂੰ ਬਹੁਤ ਚੁਕੰਨੇ ਹੋਣ ਦੀ ਲੋੜ ਹੈ। ਆਪਣੀਆਂ ਅੱਖਾਂ ਤੋਂ ਜਿਹੜਾ ਹੈਗਾ ਪਰਦਾ ਉਤਾਰਨ ਦੀ ਲੋੜ ਹੈ ਕਿ ਅਸੀਂ ਕਿਹਨਾਂ ਨੂੰ ਚੁਣ ਕੇ ਭੇਜਦੇ ਹਾਂ, ਔਰ ਜਿਹੜੇ ਕਰਮਚਾਰੀ ਅਧਿਕਾਰੀ ਉੱਥੇ ਨਿਯੁਕਤ ਕੀਤੇ ਜਾਂਦੇ ਨੇ ਉਹਦਾ ਕੀ ਕ੍ਰਾਈਟੇਰੀਆ ਹੈਗਾ, ਕਿ ਉਹਨਾਂ ਦਾ ਜਿਹੜਾ ਗੁਰੂ ਘਰ ਦੇ ਜੋ ਆਸ਼ਾ ਹੈ, ਉਦੇਸ਼ ਹੈ, ਕਿ ਉਹਨਾਂ ਦਾ ਜੀਵਨ ਉਸ ਤਰ੍ਹਾਂ ਦਾ ਹੈ ਕਿ ਉਹਨਾਂ ਦਾ ਚਾਲ ਚਲਨ, ਉਹਨਾਂ ਦਾ ਜਿਹੜਾ ਸਦਾਚਾਰਕ ਜੋ ਜੀਵਨ ਹੈ ਉਹ ਉਸ ਤਰ੍ਹਾਂ ਦਾ ਹੈ, ਜਾਂ ਤਨਖਾਹਦਾਰ ਨੌਕਰ ਭਰਤੀ ਕੀਤੇ ਜਾਂਦੇ ਨੇ ਜਿਨ੍ਹਾਂ ਦਾ ਨਾ ਕੋਈ ਸਿੱਖੀ ਸਰੂਪ, ਨਾ ਕੋਈ ਸਬੰਧ, ਨਾ ਕੋਈ ਭਾਵਨਾ, ਨਾ ਕੋਈ ਉਹਨਾਂ ਦਾ ਅਕੀਦਾ। ਤੇ ਦੂਸਰਾ ਮੇਰਾ ਸੁਣਦਿਆਂ ਇਹ ਮੇਰੇ ਗੱਲ 'ਚ ਮਨ ਆ ਰਹੀ ਸੀ ਕਿ ਇਹ ਤਾਂ ਇਹ ਵੀ ਕਬੂਲ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਚੋਣ ਹੈ, ਉਹਨਾਂ ਦੀ ਟ੍ਰੇਨਿੰਗ ਹੈ, ਉਹ ਉਸ ਮੁਤਾਬਕ ਨਹੀਂ। ਮੇਰਾ ਸਵਾਲ ਹੈ ਕਿ ਉਹਨਾਂ ਨੂੰ ਚੁਣਨ ਵਾਲੇ ਕੌਣ ਨੇ ਜੀ? ਜਿਹੜੇ ਚੁਣਨ ਵਾਲੇ ਨੇ, ਕਿ ਉਹਨਾਂ ਨੂੰ ਆਪਣੇ ਗਲਮੇ ਝਾਤੀ ਮਾਰਨ ਦੀ ਲੋੜ ਨਹੀਂ? ਕਿ ਉਹਨਾਂ ਦੀਆਂ ਟਿਕਟਾਂ ਜਿਹੜੇ ਦਿੱਤੀਆਂ ਜਾਂਦੀਆਂ ਨੇ ਉਸ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਾਸਤੇ, ਕਿ ਉਸੇ ਲੈਵਲ ਤੇ MLA MP ਦੀਆਂ ਵਾਂਗੀ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਨੇ ਸਾਰੇ ਹੀ ਜਿਹੜੇ ਨਾਮ ਨਹੀਂ ਲੈਣਾ ਚਾਹੀਦਾ ਉਹ ਚੀਜ਼ਾਂ ਪ੍ਰਯੋਗ ਕਰਨੀਆਂ ਨੇ ਜੋ ਕਿ ਆਮ ਜਿਹੜੀਆਂ ਇਲੈਕਸ਼ਨਾਂ ਵਿੱਚ ਕੀਤੀਆਂ ਜਾਂਦੀਆਂ ਨੇ? ਕਿ ਇਸ ਉੱਚ ਅਦਾਰੇ ਨੂੰ, ਕਿ ਜੇ ਇਸ ਸਿਧਾਂਤਕ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਿੱਖ ਸਿਧਾਂਤ ਬਣਾਏ, ਜਿਨ੍ਹਾਂ ਨੇ ਆਦਰਸ਼ਵਾਦ ਸਾਨੂੰ ਦਿੱਤਾ, ਚੱਲਣ ਦਾ ਹੁਕਮ ਦਿੱਤਾ, ਕਿ ਅਸੀਂ ਉਹਦੇ ਤੋਂ ਕਿੰਨਾ ਕੁ ਪਰੇ ਚਲੇ ਗਏ ਹਾਂ ਕਿ ਸਾਡੀ ਗੱਲ ਕਰਨ ਲੱਗਿਆਂ ਅੱਖਾਂ ਨੀਵੀਆਂ ਨਹੀਂ ਹੋ ਜਾਂਦੀਆਂ, ਸ਼ਰਮਸਾਰ ਨਹੀਂ ਹੋ ਜਾਂਦੀਆਂ। ਸਿੱਖੀ ਅਸੂਲ ਕੀ ਕਹਿੰਦਾ ਹੈ? ਜਿਨ੍ਹਾਂ ਦਿਸੰਦੜੀਆਂ ਦੁਰਮਤ ਵੰਝੇ, ਜਿਨ੍ਹਾਂ ਦਿਸੰਦੜੀਆਂ ਦੁਰਮਤ ਵੰਝੇ, ਮਿੱਤਰ ਅਸਾਡੜੇ ਸੋਈ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕਈ। ਕੀ ਅਸੀਂ ਇਸ ਤੇ ਪਹਿਰਾ ਦੇ ਪਾ ਰਹੇ ਹਾਂ? ਕਿ ਸਾਡੀ ਕਰਤੂਤ ਉਸ ਲੈਵਲ ਦੀ ਹੈ? ਜੇ ਨਹੀਂ ਹੈ ਤੇ ਵਾਈ ਡੋਂਟ ਵੀ ਸਟੈਪ ਡਾਊਨ ਐਂਡ ਰਿਫਾਰਮਸ ਆਵਰਸੈਲਵਸ? ਅਸੀਂ ਆਪਣੇ ਆਪ ਨੂੰ ਕਿਉਂ ਨਹੀਂ ਸੁਧਾਰ ਰਹੇ? ਵੇਲਾ ਆ ਗਿਆ। ਅਗਰ ਸੰਗਤਾਂ ਉੱਥੇ ਧਰਨਾ ਲਾ ਕੇ ਬੈਠੀਆਂ, ਜਿਹੜੇ ਇਸ ਮੰਚ ਤੋਂ ਵੀ ਏਡੇ ਮਾਨਯੋਗ ਹਸਤੀਆਂ ਨੇ, ਕਿ ਉਹਨਾਂ ਨੇ ਉਸ ਦਾ ਉੱਤਾ ਵਾਚਿਆ, ਕਿ ਉਹਨਾਂ ਦੀ ਲੀਡ ਲਈ, ਕਿ ਇਸ ਤੇ ਵਿਦਰੋਹ ਪ੍ਰਗਟ ਕੀਤਾ,
ਕਿ ਆਪਣਾ ਝੰਡਾ ਚੁੱਕਿਆ। ਅਜਿਹੀਆਂ ਗੱਲਾਂ ਕਿਉਂ Okay. ਨਹੀਂ ਹੁੰਦੀਆਂ, ਉਹ ਤੋਂ ਸਮਝ Thank you, ਆਉਂਦੀ ਡਾਕਟਰ ਹੈ ਸਾਹਿਬ। ਕਿ ਕੋਈ ਨਾ ਕੋਈ Thank you, ਡਾਕਟਰ ਸਾਹਿਬ। personal ਜਿਹੜੀਆਂ ਹੈਗੀਆਂ ਨੇ ਉਹ ਆਪਾਂ ਮੇਰ- ਉਹਨਾਂ ਤੇ ਚੱਲ ਰਹੀ ਹੈਗੀ। ਮਿਹਰਬਾਨੀ ਮਿਹਰਬਾਨੀ। ਥੈਂਕ ਯੂ। ਮੇਰੇ ਨਾਲ ਜੈਤੋ ਤੋਂ ਜਦੋਂ ਸੰਗਤ ਜਿੱਥੇ ਧਰਨਾ ਦੇ ਰਹੀ ਹੈ ਉੱਥੋਂ ਸਾਡੇ ਨਾਲ ਜਿਹੜੇ ਹੈਗੇ ਆ ਬੀਬਾ ਰਜਿੰਦਰ ਕੌਰ ਜੀ ਜੁੜ ਚੁੱਕੇ ਹੈ। ਆਪਾਂ ਉਹਨਾਂ ਤੋਂ ਇਸ ਮੁੱਦੇ ਤੇ ਜਵਾਬ ਲੈਣਾ ਚਾਹਾਂਗੇ। ਬੀਬਾ ਜੀ, ਮੇਰੀ ਆਵਾਜ਼ ਤੁਹਾਡੇ ਤੱਕ? ਜੀ ਜੀ ਸੁਣ ਰਹੀ ਹਾਂ। ਬੀਬਾ ਜੀ, ਇਸ ਮਾਮਲੇ ਤੇ ਆਪਣੇ ਦੇ ਨਾਲ ਚਰਚਾ ਕਰ ਰਹੇ ਹਾਂ। ਸਾਡੇ ਨਾਲ ਸੀਨੀਅਰ ਮੈਂਬਰ ਨੇ ਪੰਜੋਲੀ ਸਾਹਿਬ, ਅਮਰਿੰਦਰ ਜੀ, ਡਾਕਟਰ ਸੋਤਾ। ਇਸ ਵੇਲੇ ਜੀ। ਤੁਸੀਂ ਜੈਤੋ ਸਾਹਿਬ ਦੇ ਧਰਨੇ 'ਚ ਇਨਸਾਫ ਲਈ ਜਿਹੜਾ ਹੈਗਾ ਧਰਨਾ ਦੇ ਰਹੇ ਹੋ। ਮੈਂ ਹਾਂਜੀ ਤੁਹਾਡੇ ਕੋਲੋਂ ਕਮੈਂਟਸ ਲੈਣਾ ਚਾਹੁੰਦਾ, ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਬੀਬਾ ਜੀ, ਇਹਦੀ ਕੀ ਵਜ੍ਹਾ ਹੈਗੀ ਆ? ਕਿਉਂ ਧਰਨਾ ਦੇਣ ਦੀ ਲੋੜ ਪੈ ਰਹੀ ਹੈ ਸੰਗਤ ਨੂੰ ਬੀਬਾ ਜੀ? ਇਹਦੀ ਵਜ੍ਹਾ ਹੈ ਜੀ ਸ਼੍ਰੋਮਣੀ ਕਮੇਟੀ ਦਾ ਅਵੇਸਲਾਪਨ, ਮੋਟੀਆਂ ਤਨਖਾਹਾਂ, ਇਹਨਾਂ ਦੇ ਮੈਨੇਜਰ, ਇਹਨਾਂ ਦੇ ਕਲਰਕ 24 ਘੰਟੇ ਸੰਗਤ ਦੇ ਪੈਸਿਆਂ ਦੀ ਦੁਰਵਰਤੋਂ ਕਰਕੇ ਏਸੀ ਲਾ ਕੇ ਬੈਠੇ ਰਹਿੰਦੇ ਨੇ। ਇਹਨਾਂ ਦੇ ਅੱਖਾਂ ਮੀਚਣਾ ਹੀ ਇਸ ਗੱਲ ਦਾ ਮੇਨ ਕਾਰਨ ਬਣਿਆ। ਜੈਤੋ ਦੇ ਮੈਨੇਜਰ ਨੂੰ 7 ਤਰੀਕ ਦੀ ਰਾਤ ਨੂੰ ਫੋਨ ਗਿਆ। ਉਹਦਾ ਮੁੱਢਲਾ ਫਰਜ਼ ਸੀ ਕਿ ਰਾਤੋਂ ਰਾਤ ਐਕਸ਼ਨ ਲੈਂਦਾ, ਪਰ ਉਸਨੇ ਇਸ ਗੱਲ ਨੂੰ ਦਬਾਏ ਰੱਖਿਆ। ਜਦੋਂ ਸੰਗਤ ਦਾ ਪ੍ਰੈਸ਼ਰ ਪਿਆ, ਤੁਹਾਡੀ ਭੈਣ ਰਜਿੰਦਰ ਕੌਰ 10 ਸਿੱਖ ਸੰਗਤਾਂ ਦਾ ਵਫਦ ਲੈ ਕੇ ਅੰਮ੍ਰਿਤਸਰ ਸਾਹਿਬ ਜਾਂਦੀ ਹੈ। ਉੱਥੇ ਬੀਬੀ ਜਗੀਰ ਕੌਰ ਦੇ ਧਿਆਨ ਵਿੱਚ ਲੈ ਕੇ ਆਂਦੀ ਹੈ। ਉਸ ਤੋਂ ਬਾਅਦ ਕਾਰਵਾਈ ਹੋਂਦ ਵਿੱਚ ਆਂਦੀ ਹੈ। ਇਹਦੇ ਲਈ ਜੈਤੋ ਗੰਗਸਰ ਗੁਰਦੁਆਰੇ ਸਾਹਿਬ ਦਾ ਮੈਨੇਜਰ ਕੁਲਵਿੰਦਰ ਸਿੰਘ ਸਭ ਤੋਂ ਵੱਡਾ ਦੋਸ਼ੀ ਹੈ, ਔਰ ਦੋਸ਼ੀ ਹੈ ਸਾਡਾ SGPC ਮੈਂਬਰ ਬਾਠ, ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਹੀ ਦੋਸ਼ੀ ਫੜੇ ਗਏ ਸੀ। ਉਦੋਂ SGPC ਮੈਂਬਰ ਬਾਠ ਨੇ ਸਿੱਖ ਸੰਗਤਾਂ ਨੂੰ ਭਰੋਸਾ ਦਿਵਾਇਆ ਸੀ ਕਿ ਪ੍ਰੈਸ ਤੇ ਪੁਲਿਸ ਨੂੰ ਨਾ ਦੱਸੋ, ਅਸੀਂ ਇਹ ਮਸਲਾ ਹੱਲ ਕਰਾਂਗੇ। ਬੀਬਾ ਜੀ, ਇੱਕ ਸਵਾਲ ਮੈਂ ਇਸ ਮੁੱਦੇ ਤੇ ਲੈਣਾ ਚਾਹੁੰਦਾ ਹਾਂ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ। ਮੇਰੀ ਜਾਣਕਾਰੀ ਮੁਤਾਬਕ ਇੱਥੋਂ ਦੀ ਜਿਹੜੀ ਤੁਹਾਡੀ ਲੋਕਲ ਕਮੇਟੀ ਸੀ ਉਹ ਭੰਗ ਕਰਕੇ ਸ਼ਾਇਦ ਰਿਸੀਵਰ ਲਗਾ ਦਿੱਤਾ ਗਿਆ ਹੈ। ਕੀ ਲੱਗਦਾ ਹੈ ਕਿ SGPC ਜਿਹੜੇ ਸਾਰੇ ਪ੍ਰਬੰਧ ਆ ਉਹਦਾ ਕੰਟਰੋਲ ਤਾਂ ਆਪਣੇ ਅਧਿਕਾਰ ਖੇਤਰ 'ਚ ਲੈ ਰਹੀ ਹੈ, ਪਰ ਹੇਠਾਂ ਜਿਹੜੀਆਂ ਕਰਤੂਤਾਂ ਵਾਪਰ ਰਹੀਆਂ ਇਹਦੇ ਲਈ ਕਿਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਜ਼ਿੰਮੇਵਾਰੀ ਬਿਲਕੁਲ ਜੀ, ਤੈਅ ਜੀ, ਹੋਣੀ ਜੀ। ਚਾਹੀਦੀ ਹੈ। ਰਿਸੀਵਰ ਨਹੀਂ ਲੱਗਿਆ ਜੈਤੋ ਵਿੱਚ, ਉਹੀ ਸਟਾਫ ਹੀ ਚੇਂਜ ਕਰਨ ਦੀ ਮੰਗ ਹੈ ਸਾਡੀ। ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪਿਛਲੇ ਸਮੇਂ 'ਚ ਤੁਸੀਂ ਇਹਨਾਂ ਮਾਮਲਿਆਂ ਦੇ ਉੱਤੇ ਧਿਆਨ 'ਚ ਲਿਆਉਂਦੇ ਰਹੇ ਹੋ, SGPC ਦੇ ਮੁੱਦੇ ਤੇ ਪਹਿਲਾਂ ਵੀ ਇਹ ਮੰਦਭਾਗੀਆਂ ਘਟਨਾਵਾਂ ਏਦਾਂ ਦੀਆਂ ਵਾਪਰਦੀਆਂ ਰਹੀਆਂ, ਸ਼੍ਰੋਮਣੀ ਕਮੇਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਇਹਨਾਂ ਸ਼ਿਕਾਇਤਾਂ ਵੱਲ, ਸਥਾਨਕ ਸੰਗਤ ਦੀ ਜਿਹੜੀ ਫਰਿਆਦ ਸੀ ਉਹਦੇ ਵੱਲ ਕੋਈ ਧਿਆਨ ਦਿੱਤਾ ਕਿ ਨਹੀਂ ਦਿੱਤਾ, ਜਿਹਦੇ ਕਰਕੇ ਬਿਲਕੁਲ ਨਹੀਂ ਅੱਜ ਦਿੱਤਾ। ਸਾਨੂੰ ਇਹ ਦਿਨ ਦੁਬਾਰਾ ਦੇਖਣਾ ਪਿਆ ਹੈ? ਬਿਲਕੁਲ ਨਹੀਂ ਦਿੱਤਾ। ਜੀ, ਸ਼੍ਰੋਮਣੀ ਕਮੇਟੀ ਉੱਪਰ ਸਿਆਸਤ ਦਾ ਗਰਬਾ ਹੈ। ਇਹਨਾਂ ਦੋਸ਼ੀਆਂ ਨੂੰ ਵੀ ਬਚਾਉਣ ਲਈ ਸਾਡੇ ਤੋਂ ਪਹਿਲਾਂ ਉੱਥੇ ਫੋਨ ਪਹੁੰਚ ਚੁੱਕੇ ਸੀ। ਜੀ, ਆਖਰੀ ਸਵਾਲ ਇਸ ਮੁੱਦੇ ਤੇ, ਤੁਸੀਂ ਆਪ ਹੀ ਕਿਹਾ ਕਿ SGPC ਦੀ ਪ੍ਰਧਾਨ ਬੀਬਾ ਜਗੀਰ ਕੌਰ ਨੂੰ ਤੁਸੀਂ ਜਾ ਕੇ ਮਿਲੇ। ਬੀਬੀ ਜਗੀਰ ਕੌਰ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਨੀਅਰ ਅਹੁਦੇਦਾਰ ਆ ਉਹਨਾਂ ਨੇ ਆ ਕੇ ਸੰਗਤਾਂ ਨੂੰ ਕੋਈ ਭਰੋਸਾ ਦਿੱਤਾ, ਤੁਹਾਡੇ ਨਾਲ ਗੱਲਬਾਤ ਕੀਤੀ ਜੈਤੋ ਸਾਹਿਬ ਆ ਕੇ? ਜੀ ਜੀ ਦਿੱਤੀ। ਅਸੀਂ ਸ਼੍ਰੋਮਣੀ ਕਮੇਟੀ ਦੇ ਜੋ ਫਲਾਈਂਗ ਅਧਿਕਾਰੀ ਆਏ ਸੀ ਉਹ ਸੰਗਤਾਂ ਨੇ ਕਮਰੇ ਵਿੱਚ ਬੰਦ ਕਰ ਲਏ ਸੀ, ਤਾਂ ਬਾਬਾ ਬੂਟਾ ਸਿੰਘ ਜੀ ਗੁੜਥੜੀ ਜੋ ਕਿ ਜੂਨੀਅਰ ਮੀਤ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ, ਨਵਤੇਜ ਸਿੰਘ ਜੀ ਕੌਣੀ ਜੋ ਕਿ ਐਗਜ਼ੈਕਟਿਵ ਮੈਂਬਰ ਨੇ, ਉਹ ਰਾਤ ਨੂੰ 9:30 ਵਜੇ ਆਏ। ਉਹਨਾਂ ਨੇ ਸੰਗਤਾਂ ਨੂੰ ਲਿਖਤ ਭਰੋਸਾ ਦਿੱਤਾ, ਤਾਂ ਸੰਗਤਾਂ ਨੇ ਉਹ ਮੈਂਬਰ ਇਹਨਾਂ ਦੇ ਛੱਡੇ। ਸ਼੍ਰੋਮਣੀ ਕਮੇਟੀ ਦੇ ਬੰਧਕ ਬਣਾਏ ਮੈਂਬਰ, ਫਲਾਈਂਗ ਅਫਸਰ ਰਿਆੜ ਸਾਹਿਬ, ਗੁਰਸੰਜੋਗਤ ਸਿੰਘ, ਉਹ ਬਾਬਾ ਬੂਟਾ ਜੀ ਨੇ ਆ ਕੇ ਤੇ ਨਵਤੇਜ ਸਿੰਘ ਜੀ ਕੌਣੀ ਨੇ ਆ ਕੇ ਸੰਗਤ ਨੂੰ ਲਿਖਤੀ ਭਰੋਸਾ ਦਿੱਤਾ। ਜੀ ਬੀਬਾ ਜੀ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਸਾਨੂੰ ਜਿਹੜੀ ਹੈਗੀ ਹੈ ਦੁਨੀਆ ਭਰ ਜਿਹੜੇ ਬੈਠੇ ਪੰਜਾਬੀ ਹੈ ਜੈਤੋ ਸਾਹਿਬ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ, ਸਾਰਿਆਂ ਵੱਲੋਂ ਤੁਹਾਡਾ ਧੰਨਵਾਦ। ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆਪਣੇ ਮਹਿਮਾਨਾਂ ਦੇ ਨਾਲ ਆਵਾਂਗੇ। ਥੈਂਕ ਯੂ ਵੈਰੀ ਮਚ। ਨਜ਼ਰੀਏ ਦੀ ਵੇਖ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਪੰਜੋਲੀ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਜੈਤੋ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਬੀਬਾ ਰਜਿੰਦਰ ਕੌਰ ਉਹਨਾਂ ਦੇ ਕਮੈਂਟਸ, ਉਹਨਾਂ ਦਾ ਬਿਆਨ ਸੁਣੇ ਆ ਕਿ ਕਿਸ ਤਰੀਕੇ ਨਾਲ ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰੀ, SGPC ਦੇ ਧਿਆਨ 'ਚ ਲਿਆਂਦਾ ਗਿਆ, ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਅੱਜ ਇਹ ਦਿਨ ਦੁਬਾਰਾ ਦੇਖਣਾ ਪਿਆ। ਉਹਨਾਂ ਦਾ ਕਹਿਣਾ ਕਿ ਅਜੇ ਵੀ ਉੱਥੇ ਰਾਜਨੀਤੀ ਹੋ ਰਹੀ ਹੈ। ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਛਡਾਉਣ ਲਈ ਫੋਨ ਵੀ ਆ ਚੁੱਕੇ ਸੀ। ਇਹੋ ਜਿਹੀਆਂ ਮੰਦਭਾਗੀਆਂ ਕਾਰਵਾਈਆਂ ਹੋ ਰਹੀਆਂ ਤੇ ਡਾਕਟਰ ਸੋਤਾ ਜਦੋਂ ਕਹਿ ਰਿਹਾ ਫਿਰ ਜਿਨ੍ਹਾਂ ਨੇ ਭਰਤੀ ਕੀਤੇ, ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਉਹ ਗੱਦੀਆਂ ਤੇ ਬੈਠੇ ਰਹਿਣ ਦੇ ਲਈ ਕਿਵੇਂ ਕਾਬਲ ਹੋ ਸਕਦੇ ਹੈ? ਪੰਜੋਲੀ ਸਾਹਿਬ
ਸਿੱਧੂ ਸਾਹਿਬ, ਜਿਹੜੀ ਜੈਤੋਂ 'ਚ ਘਟਨਾ ਵਾਪਰੀ ਹੈ, ਨਿਰਸੰਦੇਹ ਇਹਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਬੜੀ ਵੱਡੀ ਠੇਸ ਪਹੁੰਚਾਈ ਹੈ। ਮੈਂ ਜੈਤੋਂ ਦੀ ਸੰਗਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹਦਾ ਤੁਰੰਤ ਨੋਟਿਸ ਲਿਆ। ਨੋਟਿਸ ਲੈਣ ਤੋਂ ਬਾਅਦ ਉੱਥੇ ਧਰਨਾ ਦਿੱਤਾ। ਜਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ ਤੁਰੰਤ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਐਕਸ਼ਨ ਨਹੀਂ ਕੀਤਾ, ਜਿਹਦੇ ਨਤੀਜੇ ਵਜੋਂ ਸੰਗਤਾਂ ਨੂੰ ਧਰਨਾ ਪਿਆ। ਤੇ ਮੈਂ ਸਮਝਦਾ ਕਿ ਜਦੋਂ ਬਾਰ-ਬਾਰ ਤੁਸੀਂ ਇਹੋ ਜਿਹੇ ਪ੍ਰਯੋਗਾਂ ਨੂੰ ਛਡਾਉਣ ਦਾ ਯਤਨ ਕਰੋਗੇ, ਉਹਨਾਂ ਦੀ ਪੁਸਤ ਬਣਾਈ ਕਰੋਗੇ, ਤਾਂ ਫਿਰ ਛੋਟੀਆਂ ਤੋਂ ਵੱਡੀਆਂ ਘਟਨਾਵਾਂ ਕੁਦਰਤੀਆਂ ਫਿਰ ਵਾਪਰਨਗੀਆਂ। ਇਸ ਕਰਕੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਹੈ, ਉਹਨੂੰ ਇਸ ਗੱਲ ਬਾਰੇ ਉਚੇਚਾ ਤੌਰ ਤੇ ਧਿਆਨ ਦੇਣ ਦਾ ਯਤਨ ਕਰਨਾ ਚਾਹੀਦਾ। ਸਕਰੀਨਿੰਗ ਕਰਨੀ ਚਾਹੀਦੀ ਹੈ। ਜਿਹੜੇ ਮੁਲਾਜ਼ਮ ਯੋਗ ਨਹੀਂ ਹਨ, ਉਹਨਾਂ ਨੂੰ ਤੁਰੰਤ ਗੁਰਦੁਆਰਾ ਪ੍ਰਬੰਧ ਤੋਂ ਵਿਹਲੇ ਕਰਨ ਦਾ ਯਤਨ ਕਰਨਾ ਚਾਹੀਦਾ। ਦੇਖੋ, ਭਾਵੇਂ ਗ੍ਰੰਥੀ, ਭਾਵੇਂ ਪ੍ਰਚਾਰਕ ਹੈ, ਭਾਵੇਂ ਕਥਾਵਾਚਕ ਹੈ, ਭਾਵੇਂ ਜੇ ਦੀ ਭਾਵਨਾ ਹੈ ਤਾਂ ਇਸ ਤੋਂ ਬੜੀ ਪਵਿੱਤਰ ਕੋਈ ਨੌਕਰੀ ਨਹੀਂ ਹੋ ਸਕਦੀ। ਲੇਕਿਨ ਜੇ ਇਹਨੂੰ ਤੁਸੀਂ ਇਕੱਲੇ ਕਿੱਤੇ ਵਜੋਂ ਦੇਖਣ ਦਾ ਯਤਨ ਕਰਦੇ ਹੋ ਕਿ ਸਾਡਾ ਰੁਜ਼ਗਾਰ ਹੈ, ਤਾਂ ਇਸ ਤੋਂ ਮਾੜਾ ਕਿੱਤਾ ਵੀ ਕੋਈ ਨਹੀਂ ਹੋ ਸਕਦਾ। ਮੈਂ ਇਸ ਕਰਕੇ ਉਚੇਚੇ ਤੌਰ ਤੇ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇੱਥੇ ਡਿਊਟੀਆਂ ਕਰਦੇ ਨੇ, ਉਹਨਾਂ ਨੂੰ ਵੀ ਆਪਣਾ ਜੀਵਨ ਸਾਫ਼ ਸੁਥਰਾ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤੁਰੰਤ ਸਕਰੀਨਿੰਗ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਗੁਰਚਰਨ ਸਿੰਘ ਟੌੜਾ ਇੰਸਟੀਚਿਊਸ਼ਨ ਪਟਿਆਲਾ ਜਿਹੜਾ ਹੈ, ਉਹਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਸੱਦ ਕੇ 3-3 ਮਹੀਨੇ ਦੀ ਗਵਰਨਮੈਂਟ ਦੀ ਟ੍ਰੇਨਿੰਗ ਦੇਣ ਦਾ ਵੀ ਯਤਨ ਕੀਤਾ ਗਿਆ। ਪਰ ਇਹਦੇ ਬਾਵਜੂਦ ਵੀ ਇਹੋ ਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਵਾਪਰ ਰਹੀਆਂ ਨੇ, ਇਹ 'ਚ ਕੋਈ ਦੋਰਾਮਾ ਨਹੀਂ। ਇਹਨਾਂ ਨੂੰ ਰੋਕਣ ਲਈ ਸੰਗਤਾਂ ਨੂੰ ਵੀ ਸੁਚੇਤ ਹੋਣ ਦਾ ਜ਼ਰੂਰਤ ਹੈ ਤੇ ਪ੍ਰਬੰਧਕਾਂ ਨੂੰ ਵੀ ਬਹੁਤ ਵੱਡੀ ਜ਼ਰੂਰਤ ਹੈ ਇਸ ਗੱਲ ਦੀ ਕਿ ਉਹ ਥੈਂਕ ਯੂ ਸਰ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ, ਇਸੇ ਮੁੱਦੇ ਤੇ ਤੁਸੀਂ ਬੀਬਾ ਰਜਿੰਦਰ ਕੌਰ ਜੀ ਦੇ ਜੈਤੋ ਸਾਹਿਬ ਤੋਂ ਜਿਹੜੇ ਕਮੈਂਟਸ ਆ ਉਹ ਸੁਣੇ ਆ ਕਿ ਕਿਸ ਤਰੀਕੇ ਨਾਲ ਸਥਾਨਕ ਪੱਧਰ ਤੇ ਸੰਗਤਾਂ ਨੂੰ ਦਬਾਅ ਬਣਾਉਣ ਦੇ ਲਈ, ਕਾਰਵਾਈ ਕਰਾਉਣ ਦੇ ਲਈ ਧਰਨੇ ਦੇਣੇ ਪੈ ਰਹੇ ਹੈ। ਤੇ ਉਹਨਾਂ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੇ ਪਹਿਲਾਂ ਵੀ ਇਹ ਮਾਮਲਾ ਧਿਆਨ 'ਚ ਆਇਆ ਸੀ, ਪਰ ਉਹਨਾਂ ਦੀ ਅਣਗਹਿਲੀ ਕਰਕੇ, ਨੋਟਿਸ ਨਾ ਲੈਣ ਕਰਕੇ ਇਹ ਮੰਦਭਾਗੀ ਘਟਨਾ ਦੁਬਾਰਾ ਵਾਪਰੀ ਹੈ। ਕੀ ਲੱਗਦਾ ਕਿ ਇਦਾਂ ਦੀ ਭਰਤੀ ਜਾਂ ਇਦਾਂ ਦੇ ਮਾਮਲੇ ਜਦੋਂ ਵਾਪਰਦੇ ਹੈ ਤਾਂ ਐਸਜੀਪੀਸੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਆਪਣੇ ਅਹੁਦਿਆਂ ਤੇ ਬੈਠੇ ਰਹਿਣ ਦੇ ਅਧਿਕਾਰ ਰਹਿ ਜਾਂਦੇ ਹੈ? ਸਿੱਧੂ ਸਾਹਿਬ, ਬਿਲਕੁਲ ਮੈਂ ਬੀਬਾ ਰਜਿੰਦਰ ਕੌਰ ਦੀ ਵੀ ਸੁਣੇ ਹੈ ਬਿਆਨ ਤੇ ਪੰਜੋਲੀ ਸਾਹਿਬ ਦੇ ਵੀ ਮੈਂ ਸੁਣਿਆ ਬਿਆਨ। ਦੇਖੋ, ਜਿੱਥੋਂ ਤੱਕ ਬੀਬਾ ਰਜਿੰਦਰ ਕੌਰ ਜੀ ਦਾ ਜਿਹੜਾ ਦੁਖੜਾ ਹੈ ਉਹ ਸਿੱਖ ਸੰਗਤ ਦਾ ਦੁਖੜਾ ਹੈ। ਉਹਨਾਂ ਦੀ ਅੱਖਾਂ ਦੇ ਸਾਹਮਣੇ ਬਦਫੈਲੀਆਂ ਹੋ ਰਹੀਆਂ, ਗੁਰਦੁਆਰਾ ਸਾਹਿਬ ਨੂੰ ਪਲੰਡਰ ਕੀਤਾ ਜਾ ਰਿਹਾ, ਉਹਦੀ ਮਾਨ ਮਰਿਆਦਾ ਜਿਹੜੀ ਲੀਰੋ ਲੀਰ ਕੀਤੀ ਜਾ ਰਹੀ ਹੈ, ਉਹਨਾਂ ਦਾ ਦੁੱਖ ਦਰਦ ਜਿਹੜਾ ਹੈਗਾ ਉਹ ਸਾਹਮਣੇ ਆ, ਸਾਰੀ ਸੰਗਤ ਦਾ ਦਰਦ ਹੈ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਪੰਜੋਲੀ ਸਾਹਿਬ ਅਜੇ ਵੀ ਕਹਿ ਰਹੇ ਹੈ ਕਿ ਜੀ ਘੋਖ ਪੜਤਾਲ ਹੋਣੀ ਚਾਹੀਦੀ ਹੈ, ਮੁਲਾਜ਼ਮਾਂ ਦੀ ਹੋਣੀ ਚਾਹੀਦੀ ਹੈ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਬੰਦੇ ਘੋਖ ਪੜਤਾਲ ਕਰਨ ਵਾਲੇ ਹੈਗੇ ਆ, ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਘੋਖ ਪੜਤਾਲ ਦੀ ਲੱਗੀ ਹੋਈ ਹੈ, ਉਹਨਾਂ ਦੀ ਘੋਖ ਪੜਤਾਲ ਕੌਣ ਕਰੇਗਾ? ਜਥੇਦਾਰਾਂ ਦੀ ਘੋਖ ਪੜਤਾਲ ਕੌਣ ਕਰੇਗਾ? ਐਸਜੀਪੀਸੀ ਤੋਂ ਇਲਾਵਾ ਮੈਂ ਜਥੇਦਾਰਾਂ ਦੀ ਗੱਲ ਕਰਦਾ, ਉਹਨਾਂ ਦੀ ਘੋਖ ਪੜਤਾਲ ਕੌਣ ਕਰੇਗਾ? ਜਿਹੜਾ ਇੱਕ ਟੈਲੀਫੋਨ ਦੇ ਉੱਪਰ ਸੀਐਮ ਹਾਊਸ ਪਹੁੰਚ ਜਾਂਦੇ ਆ ਹੁਕਮ ਲੈਣ ਲਈ ਕਿ ਮਹਾਰਾਜ ਦੱਸੋ, ਮਾਲਕੋ ਹੁਕਮ ਦੱਸੋ, ਅਸੀਂ ਕੀ ਵਜਾਣਾ ਹੈ, ਤੇ ਬਾਬੇ ਨੂੰ ਆਪਣਾ ਸਰਸੇ ਵਾਲੇ ਨੂੰ ਮਾਫ ਕਰਨਾ ਹੈ, ਕਿਵੇਂ ਦਾ ਉਹ ਸਾਰਾ ਐਪੀਸੋਡ ਹੋਇਆ, ਉਹਨਾਂ ਦੀ ਘੋਖ ਪੜਤਾਲ ਕੌਣ ਕਰੇਗਾ? ਸੋ ਇਹ ਮੁੜ ਕਿੜ ਕੇ ਗੱਲ ਗਰੀਬ ਦੇ ਉੱਪਰ ਲੈ ਆਉਣ ਦੀ ਗੱਲ ਹੈ। ਸੋ ਇਹਦੇ ਨਾਲ ਮਸਲਾ ਹੱਲ ਨਹੀਂ ਹੋਏਗਾ। ਉੱਪਰੋਂ ਤਾਣੀ ਉਲਝੀ ਹੋਈ ਹੈ, ਜਦ ਤੱਕ ਉੱਪਰ ਘੋਖ ਪੜਤਾਲ ਨਹੀਂ ਹੋਏਗੀ, ਉੱਪਰੋਂ ਜਦੋਂ ਤੱਕ ਝਾੜੂ ਨਹੀਂ ਫਿਰੇਗਾ, ਥੱਲੇ ਗੱਲ ਨਹੀਂ ਬਣੇਗੀ। ਤੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਜਿਹੜਾ ਗੰਗਸਰ ਜੈਤੋਂ ਦਾ ਜਿਹੜਾ ਐਪੀਸੋਡ ਹੈ, ਇਹਦੇ ਵਿੱਚ ਜਿਹੜੀ ਬਦਫੈਲੀ ਹੋਈ ਹੈ, ਇਹ ਇੱਕ ਡਿਫਰੈਂਟ ਐਂਗਲ ਦੀ ਬਦਫੈਲੀ ਹੈ। ਇਸ ਤੋਂ ਇਲਾਵਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਹੈ, ਜਿਹੜੇ ਗਰੀਬ ਮੁਲਾਜ਼ਮ ਹੈ, ਜਿਹੜੇ ਖਾਸ ਕਰਕੇ ਜਿਹੜੀਆਂ ਬੀਬੀਆਂ ਹੈਗੀਆਂ ਗਰੀਬ ਮੁਲਾਜ਼ਮ, ਜਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ, ਇੱਕ ਕਿਸਮ ਦੀਆਂ ਜਗੀਰਾਂ ਲਾਈਆਂ ਹੋਈਆਂ ਜਿਹੜੀਆਂ ਕਿ ਵੀ ਮੈਂਬਰਾਂ ਦੀਆਂ ਜਗੀਰਾਂ, ਐਮਐਲਏਆਂ ਨੂੰ ਜਗੀਰਾਂ ਦੇਤੀਆਂ ਕਿ ਆਹ ਗੁਰਦੁਆਰਾ ਤੈਨੂੰ ਦਿੱਤਾ। ਉਹ ਗਰੀਬ ਲੋਕਾਂ ਨੂੰ ਭਰਤੀ ਕਰਨਾ, ਕਿਹਨਾਂ ਸ਼ਰਤਾਂ ਦੇ ਭਰਤੀ ਕਰਨਾ, ਕਿਵੇਂ ਉਹਨਾਂ ਨੂੰ ਐਕਸਪਲੋਇਟ ਕਰਨਾ, ਇਹ ਬੜਾ ਇੱਕ ਦਰਦਨਾਕ ਚੈਪਟਰ ਹੈ। ਜਦੋਂ ਇਸ ਨੂੰ ਜੇ ਸੰਗਤ ਦੇ ਸਾਹਮਣੇ ਖੋਲਿਆ ਜਾਵੇ ਤੇ ਖੂਨ ਦੇ ਅਥਰੂ ਸੰਗਤ ਬਹਾਏਗੀ। ਇਹਦਾ ਮੈਂ ਬਿਆਨ ਨਹੀਂ ਕਰ ਸਕਦਾ। ਮੇਰੇ ਕੋਲ ਬਹੁਤ ਰਿਪੋਰਟਾਂ ਹੈਗੀਆਂ ਕਿ ਕਿਸ ਤਰੀਕੇ ਦੇ ਨਾਲ ਗਰੀਬਣੀਆਂ ਦਾ ਜਿਹੜੀ ਹੈ ਸ਼ੋਸ਼ਣ ਕੀਤਾ ਜਾਂਦਾ ਗੁਰਦੁਆਰਾ ਸਾਹਿਬਾਨ ਦੇ ਅੰਦਰ, ਸਿਰਫ ਇਸ ਕਰਕੇ ਕਿ ਉਹਨਾਂ ਕੋਲ ਖਾਣ ਨੂੰ ਰੋਟੀ ਨਹੀਂ ਹੈ, ਇੱਕ ਨੌਕਰੀ ਨਹੀਂ ਹੈ। ਇਸ ਚੱਕਰ ਦੇ ਵਿੱਚ ਉਹਨਾਂ ਨੂੰ ਕਿ ਅਸੀਂ ਤੈਨੂੰ ਨੌਕਰੀ ਤੇ ਲਾ ਦਾਂਗੇ, ਸਾਡੀਆਂ ਸ਼ਰਤਾਂ ਇਹ ਹੈ। ਇਸ ਤਰੀਕੇ ਦਾ ਮਤਲਬ ਇੱਕ ਮਾਹੌਲ ਇੱਥੇ ਬਣਾਇਆ ਹੋਇਆ ਹੈ
ਤੇ ਲੀਡਰਸ਼ਿਪ ਦੇ ਵੱਲੋਂ ਮਾਹੌਲ ਜਿਹੜਾ ਹੈਗਾ ਇਸ ਨੂੰ ਪ੍ਰੋਤਸਾਹਨ ਦਿੱਤਾ ਜਾਂਦਾ ਹੈ। ਉਹਨਾਂ ਦੀ ਸਭ ਕੁਝ ਪੁਸ਼ਟ ਪਨਾਈ ਦੇ ਅੰਡਰ ਇਹ ਕੰਮ ਹੋ ਰਿਹਾ ਹੈ। ਇਹ ਬੜਾ ਦਰਦਨਾਕ ਚੈਪਟਰ ਹੈ ਤੇ ਇਹਦਾ ਜਿਹੜਾ ਅੰਜਾਮ ਹੈ ਜੇ ਕਰਕੇ ਇਹਨੂੰ ਕੰਟਰੋਲ ਨਾ ਕੀਤਾ ਗਿਆ, ਇਹ ਦੁਬਾਰਾ ਨਨਕਾਣਾ ਸਾਹਿਬ ਵਾਲਾ ਸਾਕਾ ਸਿੱਖਾਂ ਨੂੰ ਕਰਨਾ ਪਏਗਾ ਤੇ ਸ਼ਹਾਦਤਾਂ ਦੇਣੀਆਂ ਪੈਣਗੀਆਂ, ਤਾਂ ਇਹ ਸਾਰਾ ਮਸਲਾ ਹੱਲ ਹੋਏਗਾ। ਸੋ ਜਿਵੇਂ ਪੰਜੋਲੀ ਸਾਹਿਬ ਕਹਿ ਰਹੇ ਆ ਕਿ ਵੀ ਮੁਲਾਜ਼ਮਾਂ ਦੀ ਸੇਵਾਦਾਰਾਂ ਦੀ ਛਟਨੀ ਕਰ ਦੋ, ਉਦਾਂ ਇਹ ਹੱਲ ਹੋਣ ਵਾਲਾ ਨਹੀਂ ਹੈ, ਇਹ ਉੱਪਰੋਂ ਹੱਲ ਹੋਏਗਾ। ਤੁਸੀਂ ਆਪਣੇ ਆਪ ਸੋਚ ਲਓ ਕਿ ਐਡਾ ਸਾਕਾ ਹੋ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਧਾਨ ਹੈ ਉਸਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਏਦਾਂ ਨਹੀਂ ਜਾਂਦੇ ਹੁੰਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ। ਜਦੋਂ ਉਹਨੂੰ ਕਿਹਾ ਗਿਆ ਕਿ ਵੀ ਗੁਰਦੁਆਰੇ ਜਾ ਗੰਗਸਰ ਜੈਤੋਂ ਜਾਓ ਤੁਸੀਂ ਤੇ ਆਪ ਮੌਕੇ ਤੇ ਜਾ ਕੇ ਮੁਆਇਨਾ ਲਓ, ਤਾਂ ਉਹਦਾ ਜਵਾਬ ਇਹ ਸੀ ਕਿ ਏਦਾਂ ਨਹੀਂ ਪ੍ਰਧਾਨ ਜਾਂਦੇ ਹੁੰਦੇ। ਸੋ ਇਸ ਤਰੀਕੇ ਦਾ ਜਦੋਂ ਵਤੀਰਾ ਹੋਏਗਾ, ਕਿਵੇਂ ਦਾ ਐਟੀਟਿਊਡ ਹੈ, ਇਹਨਾਂ ਲੋਕਾਂ ਦੀ ਘੋਖ ਪੜਤਾਲ ਕੌਣ ਕਰੇਗਾ? ਸੋ ਘੋਖ ਪੜਤਾਲ ਉੱਪਰੋਂ ਕਰਨ ਦੀ ਲੋੜ ਹੈ। ਮੈਂ ਇੰਨਾ ਕੀ ਕਹਾਂਗਾ। ਦੂਸਰਾ ਹੈ ਕਿ ਵੀ ਅਮਰਿੰਦਰ ਜੀ ਬਹੁਤ ਵੱਡਾ ਸਵਾਲ ਤੁਸੀਂ ਛੱਡ ਕੇ ਜਾ ਰਹੇ ਹੋ। ਡਾਕਟਰ ਸੋਤਾ, ਹਾਂਜੀ, ਤੁਸੀਂ ਸੁਣੇ ਆ ਅਮਰਿੰਦਰ ਜੀ ਦੇ ਕਮੈਂਟਸ ਜਿਹੜੇ ਉਹਨਾਂ ਨੇ ਕਿਹਾ ਕਿ ਸਵਾਲ ਕੇਵਲ ਮੁਲਾਜ਼ਮਾਂ ਦੀ ਜਿਹੜੀ ਜਾਂਚ ਪੜਤਾਲ ਕਰਨ ਦਾ ਜਾਂ ਛਟਣੀ ਕਰਨ ਦਾ ਨਹੀਂ, ਸਵਾਲ ਜਿਹੜੀਆਂ ਧਿਰਾਂ ਉੱਪਰ ਲੀਡਰਸ਼ਿਪ ਵਿੱਚ ਬੈਠੀਆਂ ਜ਼ਿੰਮੇਵਾਰ ਹੈ। ਜੋ ਉਹਨਾਂ ਨੇ ਮਾਮਲੇ ਸਾਹਮਣੇ ਲਿਆਂਦੇ ਅਮਰਿੰਦਰ ਜੀ ਨੇ ਸਿਰ ਸ਼ਰਮ ਨਾਲ ਝੁਕ ਜਾਂਦਾ। ਉਹ ਕਹਿੰਦੇ ਅਸੀਂ ਡਿਬੇਟ 'ਚ ਸਾਰੀਆਂ ਗੱਲਾਂ ਕਹਿ ਨਹੀਂ ਸਕਦੇ, ਜੋ ਕੁਝ ਵਾਪਰ ਰਿਹਾ ਹੈ। ਡਾਕਟਰ ਸੋਤਾ, HCPC ਜਿੱਦਾਂ ਆਪਾਂ ਕਹਿੰਦੇ ਐਡੀ ਵੱਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਤੇ ਉਸ ਪਾਰਲੀਮੈਂਟ 'ਚ ਐਡਾ ਵੱਡਾ ਨਗਾਰ ਜੋ ਕੁਝ ਵਾਪਰਿਆ, ਕੀ ਕਹੋਗੇ? ਦੇਖੋ, ਇਹ ਤੋਂ ਵੱਡਾ ਹੁਣ ਹੋਰ ਆਪਾਂ ਕੀ ਦੇਖਣਾ ਚਾਹੁੰਦੇ ਆ ਕਿ ਹੋਰ ਅੱਗੇ ਆਪਾਂ ਕੀ ਦੇਖਣਾ? ਇਟ ਇਜ਼ ਇਨਫ। ਲੇਕਿਨ ਮੈਂ ਇਹ ਕਹਿੰਦੀ ਆ ਕਿ ਇਹ ਉਹ ਸੰਸਥਾ ਹੈ ਜਿਸ ਨੇ, ਜੇ ਅਸੀਂ ਇੱਕ ਉਦਾਹਰਨ ਲਈਏ ਇਤਿਹਾਸਕ ਘਟਨਾ, ਜਿਹੜੀ ਨਵਾਬ ਕਪੂਰ ਸਿੰਘ ਨੂੰ ਜਦੋਂ ਉਹਨਾਂ ਨੇ ਨਵਾਬੀ ਦੇਣ ਲਈ ਆਫਰ ਕੀਤੀ ਸੀਗੀ, ਤਾਂ ਉਹਨਾਂ ਨੇ ਕੀ ਕਿਹਾ ਸੀਗਾ? ਉਸ ਟਾਈਮ ਤੇ ਉਹ ਪੱਖਾ ਝੱਲ ਰਹੇ ਸੀ ਸੰਗਤ ਨੂੰ। ਉਹਨਾਂ ਨੇ ਕਿਹਾ ਸੀ ਕਿ ਜੇ ਮੈਨੂੰ ਤੁਸੀਂ, ਇਹ ਸੰਗਤ ਦਾ ਫੈਸਲਾ ਹੈ ਕਿ ਮੈਨੂੰ ਇਹ ਕਰਨਾ ਪੈਣਾ ਕਬੂਲ, ਤੇ ਮੇਰੇ ਵੱਲੋਂ ਵੀ ਇਹ ਸ਼ਰਤ ਹੈ ਕਿ ਮੈਂ ਆਪਣੀ ਜਿਹੜੀ ਸੇਵਾ ਹੈਗੀ ਹੈ ਉਹ ਨਹੀਂ ਛੱਡਣੀ, ਘੋੜੀਆਂ ਦੀ ਲਿੱਦ ਚੱਕਣੀ ਮੈਂ ਨਹੀਂ ਬੰਦ ਕਰਨੀ। ਜੋ ਸੇਵਾ ਮੈਂ ਨਿਭਾ ਰਿਹਾ, ਅਗਰ ਸੰਗਤ ਮੈਨੂੰ ਅਲਾਓ ਕਰਦੀ ਹੈ ਕਿ ਮੈਂ ਉਸੇ ਤਰ੍ਹਾਂ ਕਰਦਾ ਰਹਾਂ ਤਾਂ ਮੈਂ ਕਬੂਲਾਂਗਾ। ਇਹ ਹੈ ਸਿੱਖੀ, ਇਹ ਹੈ ਸਿੱਖੀ ਦੇ ਸਿਧਾਂਤ। ਗੁਰਸਿੱਖਾਂ ਕੀ ਹਰ ਧੂੜਦੇ ਹਮ ਪਾਪੀ ਪੀ ਗਤ ਪਾਏ। ਤੇ ਹੁਣ ਪਾਪੀ ਕੀ ਨੇ? ਆਪਣੇ ਘਰ ਦੇ ਵਿੱਚ ਜੇ ਅਸੀਂ ਆਪਣੇ ਆਪ ਸਿੱਧੂ ਸਾਹਿਬ ਫਖਰੇ ਕੌਮ ਦੇ ਖਿਤਾਬ ਲੈ ਲਏ, ਅੰਨਾ ਵੰਡੇ ਰੇੜੀਆਂ ਵਾਲੀ ਗੱਲ ਕੀਤੀ ਹੈ, ਤੇ ਅੱਜ ਬਿਆਨ ਕਿਉਂ ਨਹੀਂ ਆ ਰਿਹਾ? ਅੱਜ ਜ਼ਿੰਮੇਵਾਰੀ ਕਿਉਂ ਨਹੀਂ ਕਬੂਲੀ ਜਾ ਰਹੀ? ਜਿਹੜੇ ਇਹ ਮੰਨਦੇ ਨੇ ਕਿ ਬਿਲਕੁਲ ਘਟਨਾ ਵਾਪਰ ਰਹੀ ਹੈ, ਇਹ ਤੋਂ ਵੱਧ ਸ਼ਰਮਨਾਕ ਘਟਨਾ ਕੋਈ ਨਹੀਂ। ਪੂਰੇ ਸੰਸਾਰ ਭਰ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਸ਼ਰਮਸਾਰ ਨਹੀਂ ਹੋਈਆਂ, ਉਹ ਦੁਰ ਕਰ ਰਹੀਆਂ, ਉਹਨਾਂ ਦੀ ਨੀਂਦ ਹਰਾਮ ਹੋਈ ਹੈ। ਬੀਬੀ ਨੂੰ ਤੁਸੀਂ ਸੁਣਿਆ, ਇਹ ਸੰਗਤਾਂ ਜਿਹੜੀਆਂ ਇਹਨਾਂ ਨੇ ਹੀ ਚੁੱਕਿਆ ਹੈਗਾ ਇਸ਼ੂ ਨੂੰ, ਨਹੀਂ ਤਾਂ ਸ਼ਾਇਦ ਜਿਵੇਂ ਉਹਨਾਂ ਨੇ ਕਿਹਾ ਦਬਾ ਹੀ ਦਿੱਤਾ ਜਾਂਦਾ। ਸੋ ਇਹ ਜਿਹੜਾ ਗੁਰੂ ਘਰਾਂ ਦੇ ਨਾਲ ਜਿਹੜਾ ਧੋਖਾ ਕਪਟ ਕੀਤਾ ਜਾ ਰਿਹਾ ਹੈ, ਇਸ ਨੂੰ ਤਾਂ ਗੁਰੂ ਨੇ ਤਾਂ ਮਾਫ ਕਦੇ ਵੀ ਨਹੀਂ ਕਰਨਾ। ਸੰਗਤਾਂ ਵੀ ਗੁਰੂ ਰੂਪ ਹੁੰਦੀਆਂ ਨੇ ਕਿ ਸਾਨੂੰ ਇਸ ਦਾ ਜਾਇਜ਼ਾ ਲੈਣਾ ਨਹੀਂ ਚਾਹੀਦਾ ਸੀ। ਅੱਜ ਤੱਕ ਕੀ ਕੀਤਾ ਗਿਆ? ਸਿੱਧੂ ਸਾਹਿਬ ਤੁਸੀਂ ਇਹ ਤਾਂ ਛੱਡੋ, ਅੱਜ ਤੱਕ ਜਿਹੜਾ ਬੇਅਦਬੀ ਦਾ ਮਾਮਲਾ ਸੀ, ਜਾਂ ਸਰੂਪਾਂ ਦੀ ਜਿਹੜੀ ਸੀਗੀ ਗਾਇਬ ਹੋਣ ਦਾ ਸੀ, ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਿਲੇਬਸ ਦੇ ਵਿੱਚੋਂ ਜਿਹੜਾ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਗੁਰੂ ਸਾਹਿਬਾਂ ਵਾਸਤੇ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਸ਼ਾਮਲ ਕੀਤੀਆਂ ਗਈਆਂ, ਇਹ ਸਾਰੀਆਂ ਹੋਣ ਤੋਂ ਬਾਅਦ ਹਰ ਆਏ ਦਿਨ ਇਹ ਸਭ ਕੁਝ ਹੋ ਰਿਹਾ ਹੈ। ਤੇ ਤੁਸੀਂ ਦੱਸੋ ਵੀ ਜਵਾਬਦੇਹੀ ਕਿਹਦੀ ਹੈ? ਐਕਸ਼ਨ ਕਿਹਦਾ? ਤੇ ਉਹਦੇ ਵਾਸਤੇ ਕਿਹਨੇ ਉੱਠ ਕੇ ਪੁੱਛਣਾ ਹੈ? ਕੌਣ ਕਹਿ ਸਕਦਾ ਹੈਗਾ? ਤੋ ਇਹਦੇ ਵਾਸਤੇ ਜਵਾਬਦੇਹੀ ਜਿਹੜੀ ਹੈ ਜਦ ਤੱਕ ਉਹਨਾਂ ਵੱਲੋਂ ਫਿਕਸ ਨਹੀਂ ਕੀਤੀ ਜਾਂਦੀ, ਖੁਦ ਉਹ ਪੱਲਾ ਆਪਣੇ ਗਲ 'ਚ ਪਾ ਕੇ ਇਸ ਚੀਜ਼ ਨੂੰ ਨਹੀਂ ਕਬੂਲ ਕਰਦੇ, ਸੋ ਮਾਫ ਨਹੀਂ ਕਰਨਾ ਚਾਹੀਦਾ। ਇਹ ਖਿਤਾਬ ਜਿਹੜੇ ਆ ਇਹ ਆਪਣੇ ਆਪ ਲਏ ਗਏ ਨੇ, ਇਹ ਸੰਗਤ ਨੇ ਨਹੀਂ ਦਿੱਤੇ। ਸੰਗਤ ਨੇ ਤਾਂ ਜੋ ਤੁਹਾਡੇ ਸਾਹਮਣੇ ਆਇਨਾ ਦਿਖਾਇਆ ਹੈ ਉਹ ਸਭ ਦੇ ਸਾਹਮਣੇ। ਇਹਦੇ ਵਾਸਤੇ ਕੀ ਐਕਸ਼ਨ ਕਰਨਾ ਬਣਦਾ? ਆਵਾਜ਼ ਚੁੱਕਣੀ ਬਣਦੀ ਹੈ, ਜਵਾਬਦੇਹੀ ਮੰਨਦੀ ਹੈ, ਔਰ ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਮੰਨਦੀ ਹੈ। ਉਹ ਸਮੇਂ ਦੀ ਮੰਗ ਹੈ, ਔਰ ਉਹ ਪੱਲੂ ਪਾ ਕੇ ਇਸ ਚੀਜ਼ ਨੂੰ ਮੰਨਣ, ਉਥੇ ਤਨਖਾਹੀਆ ਕਰਾਰ ਦਿੱਤੇ ਜਾਣ, ਉਹ ਆਪਣੀ ਕਬੂਲ ਕਰਨ ਭੁੱਲ ਨੂੰ। ਸੋ ਸੰਗਤਾਂ ਭਰੇ ਦਰਬਾਰ ਦੇ ਵਿੱਚ ਅਗਰ ਮਾਫ ਕਰਨਾ ਚਾਹਣ ਤਾਂ ਕਰਨ, ਨਹੀਂ ਚਾਹਣ ਤਾਂ ਨਾ ਕਰਨ। ਜੀ ਡਾਕਟਰ ਸਾਹਿਬ, ਬਹੁਤ ਵੱਡਾ ਸਵਾਲ ਤੁਸੀਂ ਖੜਾ ਕੀਤਾ ਕਿ ਜੋ ਕਰਤੂਤ ਉੱਥੇ ਵਾਪਰੀ ਹੈ, ਜਿਹੜੀ ਵੀ ਜ਼ਿੰਮੇਵਾਰ ਤੇਰਾ ਤਨਖਾਹੀਆ ਕਰ ਦਿੱਤਾ ਜਾਵੇ ਜਾਂ ਸੰਗਤਾਂ ਤੋਂ ਮਾਫੀ ਮੰਗੀ ਜਾਏ। ਲੋਲੀ ਸਾਹਿਬ, ਜਿਸ ਮਾਮਲੇ ਤੇ ਲੈ ਕੇ ਆਪਾਂ ਗੱਲ ਕਰ ਰਹੇ ਹਾਂ,
ਸਾਰੇ ਸਿੱਖ ਹਿਰਦੇ ਜਿਹੜੇ ਬਲੂੰਦਰੇ ਹਾਈ ਹੈ ਇਸ ਮੰਦਭਾਗੀ ਘਟਨਾ ਦੇ ਨਾਲ। ਜਿੱਦਾਂ ਅਮਰਿੰਦਰ ਜੀ ਨੇ ਵੀ ਕਿਹਾ ਕਿ ਠੀਕ ਹੈ, ਹੇਠਲੇ ਪੱਧਰ ਤੇ ਕਾਰਵਾਈ ਜਿਨ੍ਹਾਂ ਨੇ ਕੀਤੀ ਹੈ ਉਹ ਤਾਂ ਹੋਣੀ ਚਾਹੀਦੀ ਹੈ, ਜੋ ਗੜਬੜਾਂ ਜਿਨ੍ਹਾਂ ਨੇ ਕਰਤੂਤਾਂ ਕੀਤੀਆਂ। ਪਰ ਇਹਦੇ ਨਾਲ ਇਹ ਨਹੀਂ ਹੈ ਕਿ ਐਸਜੀਪੀਸੀ ਦੀ ਜਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਲਿਆਂਦਾ, ਉਹਨਾਂ ਨੇ ਜਥੇਦਾਰਾਂ ਦੀ ਗੱਲ ਵੀ ਕੀਤੀ ਹੈ, ਕਿਤੇ ਉਹਨਾਂ ਨੂੰ ਵੀ ਉਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਕਰਨੀ ਹੋਏਗੀ। ਜਿੱਦਾਂ ਡਾਕਟਰ ਸੋਤਾ ਨੇ ਵੀ ਕਿਹਾ ਕਿ ਆਖਰਕਾਰ ਜਿਹੜੀ ਉੱਪਰਲੀ ਲੀਡਰਸ਼ਿਪ ਹੈ, ਫਿਰ ਉਹਨਾਂ ਨੂੰ ਵੀ ਸੰਗਤਾਂ ਦੇ ਸਾਹਮਣੇ ਆ ਕੇ ਜਾਂ ਮਾਫੀ ਮੰਗਣੀ ਪਏਗੀ ਜਾਂ ਆਪਣਾ ਗੁਨਾਹ ਕਬੂਲ ਕਰਨਾ ਪਏਗਾ। ਇਹੋ ਜਿਹੀ ਸਥਿਤੀ ਜਿਹੜੀ ਹੈਗੀ ਬਣੀ ਹੈ। ਸਿੱਖ ਸੰਗਤਾਂ ਜਿਸ ਤਰ੍ਹਾਂ ਦਾ ਗੁੱਸਾ ਹੈ, ਜਿਸ ਤਰ੍ਹਾਂ ਦਾ ਰੋਹ ਹੈ। ਜੀ ਪੰਜੋਲੀ ਜੀ। ਸਿੱਧੂ ਸਾਹਿਬ ਬੜੀ ਸਪਸ਼ਟ ਹੈ, ਜਿੰਨਾ ਚਿਰ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਮਿਲਦਾ ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਵਰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਿਲਦਾ, ਤੇ ਮੈਂ ਸਮਝਦਾ ਕਿ ਇਹਦੇ ਵਿੱਚ ਸੁਧਾਰ ਕਰਨੇ ਬਹੁਤ ਔਖੇ ਨੇ। ਮੌਜੂਦਾ ਲੀਡਰਸ਼ਿਪ ਦਾ ਧਿਆਨ ਜਿਹੜਾ ਹੈ ਉਹਨਾਂ ਗੱਲਾਂ ਵੱਲ ਬਹੁਤ ਘੱਟ ਹੈ, ਰਾਜਨੀਤੀ ਪੱਖ ਵੱਲ ਜ਼ਿਆਦਾ ਹੈ। ਇਸ ਕਰਕੇ ਮੈਂ ਸਮਝਦਾ ਜੋ ਕੁਝ ਵਾਪਰ ਰਿਹਾ ਇਹਦੀ ਜਵਾਬਦੇਹੀ ਪੰਥ ਕਰੇਗਾ, ਤੇ ਪੰਥ ਨੇ ਕਿਸੇ ਨੂੰ ਵੀ ਮਾਫ ਨਹੀਂ ਕਰਨਾ, ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ। ਦੂਜੀ ਗੱਲ, ਸਰਦਾਰ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਤਲਬ ਕੀਤਾ ਜਾਂਦਾ। ਮੈਂ ਸਮਝਦਾ ਜਥੇਦਾਰ ਦੀ ਆਤਮਾ ਹੀ ਮਰ ਗਈ। ਜੇ ਜਥੇਦਾਰ ਸੀ ਤਾਂ ਜਥੇਦਾਰ ਦੀ ਜ਼ਰੂਰਤ ਕਿਵੇਂ ਪਈ ਕਿ ਉਹ ਆਪਣੀ ਮਰਜ਼ੀ ਨਾਲ ਕਿਤੇ ਚਲਾ ਗਿਆ, ਤੇ ਜੇ ਜਥੇਦਾਰ ਦੀ ਆਤਮਾ ਕਮਜ਼ੋਰ ਹੈ ਤਾਂ ਗਿਆ, ਤੇ ਜੇ ਆਤਮਾ ਮਜ਼ਬੂਤ ਹੁੰਦੀ ਤਾਂ ਮੈਂ ਸਮਝਦਾ ਜਥੇਦਾਰ ਕਦੇ ਵੀ ਕਿਤੇ ਨਾ ਜਾਂਦਾ। ਤੇ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਪਦਵੀ ਦਾ ਜਿਹੜਾ ਰੁਤਬਾ ਹੈ, ਉਸ ਰੁਤਬੇ ਨੂੰ ਸਮਝਣ ਦਾ ਯਤਨ ਹੀ ਨਹੀਂ ਕਰ ਰਹੇ ਜਿਹੜੇ ਲੋਕ ਉੱਥੇ ਲਾਏ ਜਾ ਰਹੇ ਨੇ ਕਿ ਇਹ ਰੁਤਬਾ ਕਿੰਨਾ ਵੱਡਾ, ਕਿੰਨੀ ਵੱਡੀ ਪਦਵੀ ਹੈ, ਇਹਦੀ ਮਹਾਨਤਾ ਕੀ ਹੈ। ਜਦੋਂ ਕਿਸੇ ਨੂੰ ਇਹ ਸਮਝ ਪੈ ਜਾਏਗੀ ਕਿ ਬਹੁਤ ਵੱਡੀ ਮਹਾਨਤਾ ਹੈ ਇਸ ਪਦਵੀ ਦੀ, ਤੇ ਮੈਂ ਸਮਝਦਾ ਫਿਰ ਉਹ ਕਿਸੇ ਪੈਰਾਂ 'ਚ ਜਾ ਕੇ ਨਹੀਂ ਬੈਠੇਗਾ। ਜੀ ਪੰਜੋਲੀ ਸਾਹਿਬ, ਇਸ ਮਾਮਲੇ ਨਾਲ ਹੀ ਜੁੜੇ ਹੋਇਆ ਸਵਾਲ, ਜਿੱਦਾਂ ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਥੇਦਾਰਾਂ ਦੀਆਂ ਕਿੱਦਾਂ ਜ਼ਮੀਰਾਂ ਮਰ ਗਈਆਂ, ਇੱਕ ਅਹਿਮ ਮਾਮਲਾ ਪੰਜੋਲੀ ਜੀ ਇਹ ਵੀ ਜੁੜਿਆ ਹੋਇਆ ਹੈ, ਤੁਹਾਡੇ ਤਾਂ ਪਹਿਲਾਂ ਹੀ ਧਿਆਨ 'ਚ ਹੋਏਗਾ। ਉਹ ਹੈ ਕਿ ਜੇ ਲੀਡਰਸ਼ਿਪ 'ਚ ਤਬਦੀਲੀ ਦੀ ਗੱਲ ਕਰਦੇ ਹਾਂ, ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਹੈ ਉਹ ਕਿੰਨੇ ਸਮੇਂ ਤੋਂ ਪੈਂਡਿੰਗ ਹੈਗੀਆਂ। ਸਿੱਖ ਭਾਈਚਾਰੇ ਨੂੰ ਮੌਕਾ ਮਿਲਣਾ ਚਾਹੀਦਾ ਹੈ। ਦਿੱਲੀ ਦਰਬਾਰ ਕਿਉਂ ਨਹੀਂ ਮੌਕਾ ਦਿੰਦਾ? ਜੇ ਗਲਤੀਆਂ ਜਾਂ ਕੁਤਾਹੀਆਂ ਹੋਈਆਂ ਤਾਂ ਘੱਟੋ ਘੱਟ ਸਿੱਖ ਭਾਈਚਾਰੇ ਨੂੰ ਮੌਕਾ ਤਾਂ ਮਿਲੇ ਕਿ ਲੀਡਰਸ਼ਿਪ ਕਿਹੜੀ ਲੈ ਕੇ ਆਉਣੀ ਹੈ। ਜੀ ਪੰਜੋਲੀ ਜੀ। ਦੇਖੋ ਸਿੱਧੂ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪ੍ਰਤੀ ਬੜੀ ਸਪਸ਼ਟ ਹੈ। ਹਰ ਵਾਰ ਤਕਰੀਬਨ ਸ਼੍ਰੋਮਣੀ ਕਮੇਟੀ ਰੈਗੂਲੇਸ਼ਨ ਕਰਦੀ ਹੈ ਕਿ ਚੋਣਾਂ ਜਨਰਲ ਚਾਹੀਦੀਆਂ ਨੇ। ਇਹ ਜ਼ਰੂਰੀ, ਜੇ ਚੋਣਾਂ ਨਹੀਂ ਹੁੰਦੀਆਂ ਤਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ, ਮੌਜੂਦਾ ਮੈਂਬਰ ਨੇ, ਉਹਨਾਂ ਪ੍ਰਤੀ ਲੋਕਾਂ ਦਾ ਬੇਵਿਸ਼ਵਾਸੀ ਹੁੰਦੀ ਹੈ, ਭਰੋਸਾ ਉੱਠਦਾ ਹੈ, ਤੇ ਗੁਰਦੁਆਰਾ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠਦਾ ਹੈ। ਲੋਕਾਂ ਨੂੰ ਏਦਾਂ ਲੱਗਦਾ ਕਿ ਇਹ ਤਾਂ ਛੱਡਦੇ ਹੀ ਨਹੀਂ, ਇਹ ਉੱਠਦੇ ਹੀ, ਮਤਲਬ ਇਹਨਾਂ ਦੀ ਤਬਦੀਲੀ ਹੀ ਨਹੀਂ ਹੁੰਦੀ। ਇਹ ਇੱਕ ਕਿਸਮ ਦਾ ਮਤਲਬ ਏਦਾਂ ਜੇ ਲੱਗਣ ਲੱਗ ਜਾਂਦਾ ਵੀ ਯਾਰ ਇਹ ਵੀ ਉਦਾਂ ਦੇ ਹੀ ਮਹੰਤ ਨੇ ਜਿਵੇਂ ਅਮਰਿੰਦਰ ਸਿੰਘ ਜਾਂਦੇ ਨੇ ਕਿ ਵੀ ਮਹੰਤ ਨੇ। ਤੇ ਮੈਂ ਸਮਝਦਾ ਜੇ 5 ਸਾਲ ਬਾਅਦ ਚੋਣਾਂ ਹੁੰਦੀਆਂ ਤਾਂ ਇਹ ਭਾਵਨਾ ਲੋਕਾਂ ਤੋਂ ਖਤਮ ਹੋ ਜਾਵੇ ਕਿ ਇਹ ਮਹੰਤਸ਼ਾਹੀ ਹੈ। ਫਿਰ ਲੋਕ ਆਪਣੀ ਜਿਹਨੂੰ ਮਰਜ਼ੀ ਚੋਣ ਕਰਨ, ਜਿਹਦੀ ਮਰਜ਼ੀ ਲੀਡਰਸ਼ਿਪ ਲੈ ਕੇ ਆਉਣ। ਮੈਂ ਸਮਝਦਾ ਜਨਰਲ ਚੋਣਾਂ ਹੋਣੀਆਂ ਚਾਹੀਦੀਆਂ ਨੇ, ਜਿੰਨੀ ਛੇਤੀ ਹੋ ਸਕੇ ਸਰਕਾਰ ਨੂੰ ਕਰਾਉਣੀਆਂ ਚਾਹੀਦੀਆਂ ਨੇ। ਬਹੁਤ ਮਿਹਰਬਾਨੀ ਅਮਰਿੰਦਰ ਜੀ। ਇਸੇ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਿੱਲੀ ਦਰਬਾਰ ਕਿਉਂ ਨਹੀਂ ਕਰਵਾ ਰਿਹਾ? ਪੰਜੋਲੀ ਜੀ ਨੇ ਵੀ ਕਿਹਾ ਜੇ ਚੋਣਾਂ ਨਹੀਂ ਹੁੰਦੀਆਂ ਤਾਂ ਬੇਭਰੋਸਗੀ ਵੱਧਦੀ ਹੈ। ਸਿੱਖਾਂ ਦੀ ਐਡੀ ਵੱਡੀ ਸੰਸਥਾ ਹੈ, ਉਹਦੇ 'ਚ ਭਰੋਸੇਯੋਗਤਾ ਖਤਮ ਕਰਨ ਦੇ ਲਈ ਦਿੱਲੀ ਦਰਬਾਰ ਵੀ ਜਿਹੜਾ ਹੈਗਾ ਆਪਣੀ ਸਾਜ਼ਿਸ਼ ਰਚ ਰਿਹਾ ਜਦੋਂ ਚੋਣਾਂ ਨਹੀਂ ਕਰਵਾ ਰਿਹਾ ਸਮੇਂ ਸਿਰ। ਜੀ ਅਮਰਿੰਦਰ ਜੀ। ਬਿਲਕੁਲ ਸਿੱਧੂ ਸਾਹਿਬ, ਇਹ ਜਿਹੜੀ ਸਾਜ਼ਿਸ਼ ਹੈ ਦਿੱਲੀ ਦਰਬਾਰ ਦੇ ਜ਼ੋਰ ਨਾਲ ਹੀ ਪ੍ਰੈਜ਼ੈਂਟ ਲੀਡਰਸ਼ਿਪ ਬੈਠੀ ਹੈ। ਦਿੱਲੀ ਛਤਰ ਛਾਇਆ ਦੇ ਉੱਪਰ ਨਾ ਹੋਵੇ, ਇਹ ਤਾਂ ਇੱਥੋਂ ਨਵੀਂ ਲੀਡਰਸ਼ਿਪ, ਇਹਨਾਂ ਦੀ ਜਿਹੜੀ ਪੈਟਰਨੇਜ ਹੈਗੀ ਆ ਦਿੱਲੀ ਦਰਬਾਰ ਦੀ ਪੰਥ ਰਤਨਾਂ ਨੂੰ, ਇਹਨਾਂ ਨੇ ਉਹਨਾਂ ਦੇ ਜ਼ੋਰ ਨਾਲ ਹੀ ਪੰਥ ਰਤਨ ਬਣੇ ਹੋਏ ਆ। ਆਪੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਆਪੋ ਸਾਜੇ ਪੰਥ ਰਤਨ ਹੈਗੇ ਆ ਇਹ। ਸੋ ਇਹ ਦਿੱਲੀ ਦਰਬਾਰ ਦਾ ਤਾਂ ਕੀਤਾ ਕਰਾਇਆ ਹੈਗਾ। ਜੇ ਦਿੱਲੀ ਦਰਬਾਰ ਢਿੱਡੋਂ ਸਾਫ਼ ਹੋ ਜਾਏ ਸਿੱਖਾਂ ਦੇ ਨਾਲ, ਉਹ ਮੰਨਣ ਲੱਗ ਜਾਏ ਕਿ ਅਸੀਂ ਸਿੱਖਾਂ ਨੂੰ ਜਿਹੜਾ ਇੱਥੇ ਖੁੱਲੀ ਹਵਾ ਦੇ ਵਿੱਚ ਜੀਣ ਦਾ ਹੱਕ ਦੇਣਾ ਹੈ ਤੇ ਇੱਥੇ ਸਾਰਾ ਕੁਝ ਠੀਕ ਹੋ ਜਾਏ। ਲੇਕਿਨ ਉੱਥੇ ਪ੍ਰੋਬਲਮ ਉੱਥੋਂ ਹੀ ਹੈ। ਉਹੀ ਮਤਲਬ ਜਿਹੜੀ ਅਕਾਲ ਤਖਤ ਸਾਹਿਬ ਦੀ ਤੇ ਦਿੱਲੀ ਦੇ ਤਖਤ ਦੀ ਜਿਹੜੀ ਟੱਕਰ ਹੈ,
ਉਹਦੇ ਵਿੱਚੋਂ ਇਹ ਸਾਰਾ ਕੁਝ ਨਿਕਲ ਰਿਹਾ। ਜਿਸ ਦਿਨ ਸਿੱਖ ਆਪਣੇ ਆਪ ਨੂੰ ਕੇਸਾਧਾਰੀ ਹਿੰਦੂ ਮੰਨ ਲੈਣਗੇ ਤੇ ਮਾਮਲਾ ਜਿਹੜਾ ਉਹ ਠੀਕ ਹੋਣ ਲੱਗ ਜਾਏਗਾ। ਜਿੰਨੀ ਦੇਰ ਸਿੱਖ ਜਿਹੜਾ ਸੈਪਰੇਟ ਆਇਡੈਂਟੀਟੀ ਦੀ ਗੱਲ ਕਰੇਗਾ ਕਿ ਮੈਂ ਇੱਕ ਸਿੱਖ, ਇੱਕ ਵੱਖਰੀ ਕੌਮ ਹੈ, ਉਨੀ ਦੇਰ ਤੱਕ ਦਿੱਲੀ ਦਰਬਾਰ ਢਿੱਡੋਂ ਸਿੱਖਾਂ ਦੇ ਨਾਲ ਨਹੀਂ ਹੋ ਸਕਦਾ। ਇਹ ਹੁਣ ਸਾਡੇ ਵੱਡੇ ਵਡੇਰੇ ਸਾਨੂੰ ਇਹਨਾਂ ਦੇ ਲੜ ਲਾ ਗਏ ਹੈ ਤੇ ਇਹ ਹੁਣ ਸਾਨੂੰ ਅਸੀਂ ਚੱਲ ਰਹੇ ਹਾਂ, ਇਹ ਦਿਨ ਦੇਖ ਰਹੇ ਹਾਂ। ਖਾਲੀ ਇੱਕ ਗੰਗਸਰ ਜੈਤੋਂ ਨਹੀਂ ਹੈ, ਇੱਥੇ ਛੋਟੇ ਛੋਟੇ ਗੰਗਸਰ ਜੈਤੋਂ ਰੋਜ਼ ਹੁੰਦੇ ਆ, ਲੇਕਿਨ ਇਹ ਗੰਗਸਰ ਜੈਤੋਂ ਵੱਡਾ ਹੋ ਗਿਆ ਥੋੜਾ, ਕਿਉਂਕਿ ਸੰਗਤ ਨੇ ਸਿਰ ਚੱਕ ਲਿਆ ਤੇ ਮੀਡੀਆ ਥੋੜਾ ਫਾਸਟ ਹੋ ਗਿਆ, ਇਸ ਕਰਕੇ ਉਜਾਗਰ ਹੋ ਗਿਆ। ਵੈਸੇ ਇਹ ਘਟਨਾਵਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਆਮ ਹੈ, ਉਹਨਾਂ ਨੂੰ ਉੱਥੇ ਹੀ ਦੱਬ ਦਿੱਤਾ ਜਾਂਦਾ, ਮੈਨੇਜਰ ਹੀ ਦੱਬ ਦਿੱਤੇ ਜਾਂਦੇ ਆ, ਕਿਉਂਕਿ ਮੈਨੇਜਰ ਹੀ ਬਹੁਤ ਸਾਰੇ ਹੈ ਜਿਹੜੇ ਉਹ ਖੁਦ ਸ਼ੋਸ਼ਣ ਕਰ ਰਹੇ ਆ। ਮੈਨੇਜਰ ਹੀ ਉੱਥੇ ਜਗੀਰਦਾਰ ਬਣਿਆ ਹੋਇਆ, ਜਗੀਰਾਂ ਮੈਨੇਜਰਾਂ ਨੂੰ ਹੀ ਲਾਈਆਂ ਹੋਈਆਂ ਤੇ ਉਹੀ ਸਾਰੀ ਪੈਸੇ ਦੀ ਦੁਰਵਰਤੋਂ ਵੀ ਉਹਨਾਂ ਦੇ ਰਾਹੀਂ ਹੁੰਦੀ ਹੈ। ਕਿਸ ਤਰੀਕੇ ਦੇ ਨਾਲ ਪੈਸਾ ਜਿਹੜਾ ਉਹ ਅਕਾਲੀਆਂ ਦੀ ਮਤਲਬ ਰੈਲੀਆਂ ਲਈ ਜਾਂ ਹੋਰ ਤਰੀਕੇ ਲਈ ਉਹਨਾਂ ਨੂੰ ਕੈਸ਼ ਵੀ ਦਿੱਤਾ ਜਾਂਦਾ ਹੈ, ਇਹ ਸਾਰਾ ਕੁਝ ਇੱਥੇ ਹੋ ਰਿਹਾ, ਸਭ ਨੂੰ ਪਤਾ ਹੈ। ਐਸੀ ਗੱਲ ਨਹੀਂ ਹੈ ਕਿ ਨਹੀਂ ਪਤਾ, ਜੋਲੀ ਸਾਹਿਬ ਨੂੰ ਵੀ ਪਤਾ, ਲੇਕਿਨ ਉਹ ਬੋਲਣਗੇ ਨਹੀਂ, ਕਿਉਂਕਿ ਇਹੀ ਸਾਡਾ ਦੁਖਾਂਤ ਹੈ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਬਹੁਤ ਘੱਟ ਲੋਕ ਆ ਜਿਹੜੇ ਆਵਾਜ਼ ਉਠਾ ਰਹੇ ਹੈ, ਲੇਕਿਨ ਉਹ ਸਭ ਇਹ ਕਹਿ ਰਹੇ ਹੈ ਕਿ ਅਸੀਂ ਕੀ ਲੈਣਾ, ਕਿਉਂਕਿ ਦਿੱਲੀ ਦਰਬਾਰ ਦਾ ਵੀ ਭੈ ਹੈਗਾ, ਉਸ ਤੋਂ ਅੱਗੇ ਦਿੱਲੀ ਦਰਬਾਰ ਨੇ ਜਿਨ੍ਹਾਂ ਤੇ ਛਤਰ ਛਾਇਆ ਰੱਖੀ ਹੋਈ ਹੈ ਉਹਨਾਂ ਦਾ ਵੀ ਭੈ ਹੈਗਾ। ਸੋ ਇਹ ਸਾਰਾ ਭੈ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲੰਬੇ ਸਮੇਂ ਤੋਂ ਪੈਂਡਿੰਗ ਹੈ। ਮਤਭੇਦ ਹੋ ਸਕਦੇ ਆ, ਪਰ ਪੰਜੋੜੀ ਜੀ ਆਪ ਇਹ ਗੱਲ ਕਹਿ ਰਿਹਾ ਕਿ ਜਦੋਂ ਚੋਣਾਂ ਨਹੀਂ ਹੋ ਰਹੀਆਂ ਤਾਂ ਉਹਦੇ ਨਾਲ ਬੇਭਰੋਸਗੀ ਵੱਧ ਗਈ ਹੈ। ਅਮਰਿੰਦਰ ਜੀ ਦਾ ਕਹਿਣਾ ਕਿ ਦਿੱਲੀ ਦਰਬਾਰ ਹੀ ਇਹ ਜਾਣਬੁੱਝ ਕੇ ਮਿਲੀ ਭੁਗਤ ਨਾਲ ਚੋਣਾਂ ਜਿਹੜੀਆਂ ਅੱਗੇ ਕਰਵਾਈਆਂ ਜਾ ਰਹੀਆਂ ਹੈ। ਕੀ ਜਿਹੜੀਆਂ ਚੋਣਾਂ ਸਮੇਂ ਸਿਰ ਹੋਣ ਤਾਂ ਸਿੱਖ ਭਾਈਚਾਰੇ ਨੂੰ ਇੱਕ ਮੌਕਾ ਮਿਲੇ ਆਪਣੀ ਨਵੀਂ ਲੀਡਰਸ਼ਿਪ ਲੈ ਕੇ ਆਉਣ ਦਾ, ਡਾਕਟਰ ਸੋਤਾ ਕੀ ਕਹੋਗੇ? ਜੀ ਦੇਖੋ ਸਿੱਧੂ ਸਾਹਿਬ, ਜਿਹੜੀ SGPC ਹੈਗੀ ਹੈ ਇਹ ਇੱਕ ਕਨਸਟੀਟਿਊਸ਼ਨਲ ਬਾਡੀ ਹੈਗੀ ਹੈ, ਅੰਡਰ ਪਾਰਲੀਮੈਂਟ ਦੇ ਐਕਟ ਦੇ ਮੁਤਾਬਕ 1925 ਦੇ ਬਣਾਈ ਗਈ ਹੈ, ਔਰ ਉਹਦੇ ਉੱਪਰ ਉਹੀ ਜਿਹੜੇ ਕਨਸਟੀਟਿਊਸ਼ਨਲ ਜਿਹੜੇ ਪ੍ਰੋਵੀਜ਼ਨਸ ਨੇ ਉਹ ਐਪਲੀਕੇਬਲ ਨੇ ਜਿਹੜੇ ਬਾਕੀ ਇਲੈਕਸ਼ਨਸ ਤੇ ਹੁੰਦੇ ਨੇ। ਜਦੋਂ 5 ਸਾਲ ਬਾਅਦ ਚੋਣਾਂ ਕਰਾਉਣੀਆਂ ਬਣਦੀਆਂ ਨੇ ਤੇ ਉਹ ਏਡੇ ਲੰਬੇ ਸਮੇਂ ਤੋਂ ਆਪਾਂ ਸਾਰੇ ਐਡਮਿਟਡ ਫੈਕਟ ਹੈਗਾ ਕਿ ਨਹੀਂ ਕੀਤੀਆਂ ਜਾਂਦੀਆਂ, ਤੇ ਸਾਡਾ ਕੀ ਯੋਗਦਾਨ, ਸਾਡੀ ਕਿੱਥੇ ਆਵਾਜ਼ ਹੈ, ਅਸੀਂ ਉਸ ਚੀਜ਼ ਨੂੰ ਕਿਉਂ ਨਹੀਂ ਆਪਾਂ ਚੁੱਕਦੇ? ਜਿਹੜਿਆਂ ਪਰਿਵਾਰਾਂ ਨੇ ਜਾਂ ਪਰਿਵਾਰ ਨੇ 45-50 ਸਾਲ ਤੋਂ ਗਲਬਾ ਕੀਤਾ ਹੋਇਆ, ਔਰ ਅਸੀਂ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਸ਼ਾਮਲ ਜਾਂ ਰਹੇ ਸੀ ਜਾਂ ਰਹੇ ਹੈਗੇ ਆ। ਇਸ ਕਰਕੇ ਕਿ ਸਾਨੂੰ ਉਸ ਦਾ ਮੈਂ ਸਮਝਦੀ ਹਾਂ, ਮੈਨੂੰ ਗੁਸਤਾਖੀ ਕਰਨ ਵਾਸਤੇ ਮੈਨੂੰ ਮਾਫੀ ਚਾਹੁੰਦੀ ਹਾਂ ਕਿ ਕਿਤੇ ਨਾ ਕਿਤੇ ਆਪਣਾ ਪਰਸਨਲ ਮਫਾਜ਼ ਲੁਕਿਆ ਹੋਣ ਕਰਕੇ ਅਸੀਂ ਐਡਮਿਟ ਤਾਂ ਕਰਦੇ ਹਾਂ ਤੇ ਆਵਾਜ਼ ਚੁੱਕਣ ਨੂੰ ਅਸੀਂ ਗੁਰੇਜ਼ ਕਰਦੇ ਹਾਂ, ਜਿਹਦਾ ਨਤੀਜਾ ਇਹ ਅੱਜ ਦੀਆਂ ਜਿਹੜੀਆਂ ਘਟਨਾਵਾਂ ਸਾਡੇ ਸਾਹਮਣੇ ਨੇ। ਇੱਕ ਗੰਗਸਰ ਗੁਰਦੁਆਰਾ ਨਹੀਂ, ਜਿਸ ਤਰ੍ਹਾਂ ਸਾਮਰ ਸਿੰਘ ਕਿਹਾ ਸੀ ਕਿ ਇਹ ਇੱਕ ਇੱਕਾ ਦੁੱਕਾ ਘਟਨਾ ਨਹੀਂ, ਇਹ ਤਾਂ ਚੁੱਕੀ ਹੋਈ ਸੰਗਤਾਂ ਦੀ ਆਵਾਜ਼ ਚੁੱਕੀ ਹੈ। ਸੋ ਚਾਹੀਦਾ ਇਹ ਹੈ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਸਾਨੂੰ ਸਿੱਖੀ ਸਿਧਾਂਤਾਂ ਤੇ ਬੇਬਾਕ ਹੋ ਕੇ ਚੱਲਣਾ ਚਾਹੀਦਾ। ਸਾਨੂੰ ਕੁਰਬਾਨੀਆਂ ਤੋਂ ਮਿਲਿਆ ਇਤਿਹਾਸ ਹੈ। ਇਹ ਜਿਹੜੀ ਸੰਸਥਾਵਾਂ ਨੇ ਇਹ ਐਵੇਂ ਨਹੀਂ ਬਣ ਗਈਆਂ। ਹੁਣ ਕੀ ਹੈ, ਗੱਡੀਆਂ ਚਾਹੀਦੀਆਂ, ਪਰਖ ਚਾਹੀਦੇ ਹੈ, ਤਨਖਾਹਾਂ ਚਾਹੀਦੀਆਂ, ਨੌਕਰ ਚਾਹੀਦੀ ਹੈ। ਆਪਣੇ ਜਿਹੜੇ ਚਹੇਤੇ ਨੇ ਉਹਨਾਂ ਨੂੰ ਉੱਥੇ ਸ਼ਾਮਲ ਕਰਨਾ ਹੈ। ਉਹਨਾਂ ਦਾ ਸਿੱਖੀ ਸਰੂਪ ਹੋਵੇ ਜਾਂ ਨਾ ਹੋਵੇ, ਜੀਵਨ ਹੋਵੇ ਜਾਂ ਨਾ ਹੋਵੇ, ਸ਼ਰਾਬਾਂ ਪੀਣ ਜੋ ਮਰਜ਼ੀ ਕਰਨ, ਅੱਖਾਂ ਕਬੂਤਰ ਵਾਂਗੂ ਲੋਕਾਂ ਦੀਆਂ ਬੰਦ ਨਹੀਂ ਹੈਗੀਆਂ, ਲੋਕੀ ਦੇਖ ਰਹੇ ਆ। ਲੇਕਿਨ ਸਮਾਂ ਮਿਹਰਬਾਨੀ ਬਣਦੀ ਸਜ਼ਾ ਜ਼ਰੂਰ ਦੇਗਾ। ਥੈਂਕ ਯੂ ਪੰਜੋਲੀ ਸਾਹਿਬ। ਲਾਸਟ ਕਮੈਂਟ ਤੁਸੀਂ ਇਸ ਮੁੱਦੇ ਤੇ ਆਪਣੇ ਕਮੈਂਟ ਵੀ ਦਿਓ, ਪਰ ਅਮਰਿੰਦਰ ਜੀ ਨੇ ਕਿਹਾ, ਡਾਕਟਰ ਸੋਤਾ ਨੇ ਵੀ ਕਿਹਾ ਕਿ ਇਸ ਮਾਮਲੇ ਤੇ ਆਵਾਜ਼ ਚੁੱਕਣੀ ਤਾਂ ਬਣਦੀ ਹੈ। ਜਦੋਂ ਸਾਰਾ ਕੁਝ ਵਾਪਰ ਰਿਹਾ ਹੈ ਤਾਂ ਫਿਰ ਜੋ ਕੁਝ ਐਡਾ ਵੱਡਾ ਕੋ ਪ੍ਰਬੰਧ ਹੈ, ਜੋ ਕੁਝ ਅਨਿਆਂ ਵਾਪਰ ਰਿਹਾ ਹੈ, ਇਹਦੇ ਤੇ ਕੇਵਲ ਜਿਹੜਾ ਹੈਗਾ ਕਮੈਂਟ ਕਰਨ ਦੇ ਨਾਲ ਨਹੀਂ, ਉਸ ਹਾਊਸ ਦੀ ਲੀਡਰਸ਼ਿਪ ਦੇ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਮੁੱਦੇ ਤੇ ਆਵਾਜ਼ ਚੁੱਕੋ। ਦੇਖੋ ਸਿੱਧੂ ਸਾਹਿਬ, ਮੇਰੇ ਆਵਾਜ਼ ਚੁੱਕਣ ਦੀ ਕਹਾਣੀ ਇਕੱਲੇ ਦੀ ਨਹੀਂ, ਬਲਕਿ ਸੰਗਤਾਂ ਨੇ ਆਵਾਜ਼ ਚੁੱਕੀ ਹੈ ਤਾਂ ਹੀ ਇੱਕ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਕਰਕੇ ਮੈਂ ਸਮਝਦਾ ਵੀ ਸਮੁੱਚੀਆਂ ਸੰਗਤਾਂ ਨੂੰ ਜਾਗਣਾ ਚਾਹੀਦਾ। ਸਮੁੱਚੀਆਂ ਸੰਗਤਾਂ ਨੂੰ ਜਿੱਥੇ ਵੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਉਹਦਾ ਨੋਟਿਸ ਲੈਣਾ ਚਾਹੀਦਾ। ਤੇ ਮੈਂ ਇਸ ਗੱਲ ਲਈ ਬਿਲਕੁਲ ਸਹਿਮਤ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੇ ਵਿੱਚ ਵੱਡੀ ਪੱਧਰ ਤੇ ਤਬਦੀਲੀ ਦੀ ਜ਼ਰੂਰਤ ਹੈ ਅੱਜ। ਇਸ ਗੱਲ ਲਈ ਜੇ ਜਨਰਲ ਚੋਣਾਂ ਹੋਣਗੀਆਂ ਤਾਂ ਨਵੀਂ ਲੀਡਰਸ਼ਿਪ ਆਏਗੀ
ਨਵੇਂ ਪ੍ਰਬੰਧ ਹੋਣਗੇ ਤੇ ਨਵਾਂ ਸਿਸਟਮ ਆਏਗਾ। ਇਹਦੀ ਬੜੀ ਵੱਡੀ ਜ਼ਰੂਰਤ ਆ। ਅੱਜ ਪੰਥਕ ਮਸਲਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਤੇ ਕੋਈ ਬਹੁਤੀ ਗੱਲ ਨਹੀਂ ਹੁੰਦੀ। ਕੇਵਲ ਆਟੇ ਦਾਲ ਦੇ ਬਿੱਲ ਪਾਸ ਕਰਨ ਤੋਂ ਬਿਨਾਂ ਹੋਰ ਕੋਈ ਬਹੁਤਾ ਕਾਰਜ ਨਹੀਂ ਹੋ ਰਿਹਾ। ਮੈਂ ਸਮਝਦਾ ਬਹੁਤ ਵੱਡੇ ਕਾਰਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਨ ਦੇ, ਉਹਨਾਂ ਵਾਲੀ ਕਮੇਟੀ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਥੈਂਕ ਯੂ ਪੰਜੋਲੀ ਸਾਹਿਬ, ਡਾਕਟਰ ਸੋਤਾ ਅਮਰਿੰਦਰ ਜੀ, ਬਹੁਤ ਬਹੁਤ ਧੰਨਵਾਦ ਜਿਹੜੇ ਮੇਰੀ ਬੇਨਤੀ ਪ੍ਰਵਾਨ ਧੰਨਵਾਦ ਜੀ। ਕਰਕੇ ਤੁਸੀਂ ਇਸ ਮੁੱਦੇ ਤੇ ਡਿਬੇਟ ਦੇ ਵਿੱਚ ਆਏ। ਇਹ ਗੱਲ ਬਹਿਸ ਦੇ ਵਿੱਚ ਜਿਹੜੀ ਸਪਸ਼ਟ ਤੌਰ ਤੇ ਉੱਭਰ ਕੇ ਸਾਹਮਣੇ ਆਈ ਹੈ, ਜੈਤੋ ਸਾਹਿਬ ਦੇ ਇਤਿਹਾਸਕ ਗੁਰਦੁਆਰਾ 'ਚ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਉਹਦੇ ਨਾਲ ਦੁਨੀਆ ਭਰ 'ਚ ਬੈਠਾ ਜਿਹੜਾ ਸਿੱਖ ਹੈ ਉਹਦੇ ਹਿਰਦੇ ਦਾ ਬਲੂੰਦਰੇ ਗਈ ਹੈ, ਪਰੇਸ਼ਾਨ ਵੀ ਹੈ। ਪਰ ਜਿਹੜਾ ਸਵਾਲ ਹੈ ਇੱਕ ਉੱਭਰ ਕੇ ਸਾਹਮਣੇ ਆ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਜੇ ਏਡਾ ਵੱਡਾ ਨਿਗਾਨ ਹੈ ਤਾਂ ਉਹਦੇ 'ਚ ਤਬਦੀਲੀਆਂ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਕਿ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਉਹਨੂੰ ਕਟਹਿਰੇ 'ਚ ਖੜਾ ਕਰਕੇ ਜਵਾਬਦੇਹ ਬਣਾਇਆ ਜਾਵੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੇ ਲਈ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਮੁੜ ਇੱਕ ਵਾਰ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।